ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓਂਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਏਕ ਓਂਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਸ੍ਰੀ ਕਲਗੀਧਰ ਜਹ ਥਿਰੇ ਹਲਵਾਈ ਸਿੱਖ ਏਕ, ਹਾਥ ਜੋਰ ਬੋਲਤ ਭਇਓ ਸੁਨੀਹੁ ਉਦਤ ਬਿਬੇਕ। ਸ੍ਰੀ ਕਲਗੀਧਰ ਜਹ ਥਿਰੇ। ਗਰੀਬ ਨਵਾਜ ਸੱਚੇ ਪਾਤਸ਼ਾਹ ਅੰਤਰਜਾਮੀ, ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਹਾਜ਼ਰਾ ਹਜੂਰ ਗੁਰੂ, ਸਰਬ ਕਲਾ ਭਰਪੂਰ ਸਤਿਗੁਰੂ, ਦਾਸਾਂ ਗਰੀਬਾਂ ਸਿੱਖਾਂ ਸੇਵਕਾਂ, ਆਪਣੇ ਪਿਆਰਿਆਂ ਦੀ ਲਾਜ ਰੱਖਣ ਵਾਲੇ, ਪਰਦੇ ਕੱਜਣ ਵਾਲੇ, ਧੰਨ ਧੰਨ ਅੰਤਰਜਾਮੀ ਸਤਿਗੁਰੂ ਜੀ ਸਦਾ ਹੀ ਮਿਹਰਬਾਨ, ਸਦਾ ਹੀ ਬਖਸ਼ਿੰਦ, ਸਦਾ ਹੀ ਦਿਆਲੂ, ਸਦਾ ਹੀ ਕਿਰਪਾਲੂ। ਹਾਜ਼ਰਾ ਹਜੂਰ ਜਹਰਾ ਜਹੂਰ, ਸਰਬ ਕਲਾ ਭਰਪੂਰ, ਲੋਕ ਪਰਲੋਕ ਵਿੱਚ ਰਾਖੀ ਕਰਨ ਵਾਲੇ, ਖੰਡਾਂ ਬਰਪੰਡਾਂ ਦੇ ਮਾਲਕ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਾਜ਼ਰੀ ਵਿੱਚ ਸੁਭਾਏਮਾਨ ਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ, ਗੁਰੂ ਪਿਆਰੀ ਗੁਰੂ ਸਵਾਰੀ ਸੰਗਤ ਜੀ, ਸਤਿਗੁਰੂ ਜੀ ਨੇ ਆਪਾਂ ਸਾਰਿਆਂ ਉੱਤੇ ਕਿਰਪਾ ਕੀਤੀ ਹੈ। ਆਪਣੀ ਹਜ਼ੂਰੀ ਵਿੱਚ ਬੈਠਣ ਦਾ, ਦਰਸ਼ਨ ਪਰਸਨ ਕਰਨ ਦਾ, ਸੰਗਤ ਕਰਨ ਦਾ ਸੁਭਾਗ ਭਰਿਆ ਸਮਾਂ, ਮੇਰਾ ਭਰਿਆ ਸਮਾਂ, ਬਖਸ਼ਿਸ਼ਾਂ ਭਰਿਆ ਸਮਾਂ ਸਤਿਗੁਰੂ ਜੀ ਨੇ ਆਪਾਂ ਸਾਰਿਆਂ ਨੂੰ ਬਖਸ਼ਿਸ਼ ਕੀਤਾ ਹੈ। ਲੜੀਵਾਰ ਕਥਾ ਬਾਜਾਂ ਵਾਲੇ ਸਤਿਗੁਰੂ, ਧੰਨ ਧੰਨ ਸਾਹਿਬ ਸਤਿਗੁਰੂ ਸਰਬੰਸ ਦਾਨੀ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਆਪਾਂ ਸਰਵਣ ਕਰ ਰਹੇ ਹਾਂ। ਭੰਗਾਣੀ ਦੇ ਅਸਥਾਨ ਉੱਤੇ ਜੰਗ ਹੋ ਰਿਹਾ। ਤਲ ਸਾਧ ਸੰਗਤ ਜੀ ਆਪ ਜੀ ਨੇ ਸਰਵਣ ਕੀਤਾ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਖਲੋ ਕੇ ਜੰਗ ਵੇਖ ਰਹੇ ਹਨ।
ਕਾਸ਼ੀ ਦੇ ਵਿੱਚ ਸਾਧ ਸੰਗਤ ਜੀ ਇੱਕ ਗੁਰੂ ਕਾ ਪਿਆਰਾ ਸਿੱਖ ਰਹਿੰਦਾ ਹੈ, ਜਿਹਦਾ ਨਾਮ ਹੈ ਭਾਈ ਰਾਮ ਸਿੰਘ। ਭਾਈ ਰਾਮ ਸਿੰਘ ਨੇ ਬਹੁਤ ਸਾਰੀ ਲੱਕੜ ਵਿੱਚ ਖੋਲ ਕਰਕੇ ਇੱਕ ਤੋਪ ਬਣਾਈ ਹੈ ਸਾਧ ਸੰਗਤ ਜੀ। ਉਹਨੇ ਮਹਾਰਾਜ ਕੋ ਆਗਿਆ ਮੰਗੀ, ਸੱਚੇ ਪਾਤਸ਼ਾਹ ਮੈਨੂੰ ਤੋਪ ਚਲਾਉਣ ਦਾ ਹੁਕਮ ਬਖਸ਼ੋ। ਗੁਰੂ ਜੀ ਨੇ ਹੁਕਮ ਕਰ ਦਿੱਤਾ। ਖੂਬ ਤੋਪਾਂ ਚੱਲੀਆਂ। ਦੋਵਾਂ ਫੌਜਾਂ ਦੇ ਵਿੱਚ ਬਹੁਤ ਜ਼ਬਰਦਸਤ ਮੁਕਾਬਲਾ ਹੋ ਰਿਹਾ ਜੀ। ਇੱਕ ਗੁਰੂ ਕਾ ਪਿਆਰਾ ਸਿੱਖ ਜਿਸ ਦਾ ਨਾਮ ਹੈ ਭਾਈ ਸਾਹਿਬ ਚੰਦ ਜੀ, ਬੜੇ ਵੱਡੇ ਯੋਧੇ ਨੇ। ਸਾਧ ਸੰਗਤ ਜੀ, ਭਾਈ ਸਾਹਿਬ ਚੰਦ ਜੀ ਸਤਿਗੁਰੂ ਜੀ ਕੋ ਆਗਿਆ ਲੈ ਕੇ ਗਏ ਹਨ। ਰਾਜਾ ਹਰੀ ਚੰਦ, ਭੀਖਨ ਖਾਂ, ਨਿਜਾਬਤ ਖਾਂ ਇਹ ਜੰਗ ਕਰ ਰਹੇ ਹਨ ਜੀ। ਉਧਰ ਰਾਜਾ ਹਰੀ ਚੰਦ ਬਹੁਤ ਵੱਡਾ ਯੋਧਾ ਰਾਜਾ। ਸਾਧ ਸੰਗਤ ਜੀ ਵੇਖੋ, ਜਿਹੜੀ ਤਾਰੀਫ ਜਿਹਦੀ ਬਣਦੀ ਹੈ ਉਹ ਤਾਰੀਫ ਕਰਨੀ ਚਾਹੀਦੀ ਹੈ। ਰਾਜਾ ਹਰੀ ਚੰਦ ਬੜਾ ਵੱਡਾ ਯੋਧਾ ਰਾਜਾ ਹੈ। ਬਹੁਤ ਸਾਰੇ ਉਹਨੇ ਤੀਰ ਚਲਾਏ ਹਨ ਤੇ ਰਾਜੇ ਹਰੀ ਚੰਦ ਦੇ ਆਉਣ ਦੇ ਨਾਲ ਗੁਰੂ ਜੀ ਦੀ ਫੌਜ ਵੀ ਹਿੱਲ ਗਈ ਜੀ। ਸਾਹਿਬ ਚੰਦ ਜੀ ਮੁਕਾਬਲਾ ਤੇ ਕਰ ਰਹੇ ਆ, ਪਰ ਸਾਧ ਸੰਗਤ ਜੀ ਪੂਰੀ ਗੱਲ ਨਹੀਂ ਬਣ ਰਹੀ ਜੀ। ਮਹਾਰਾਜ ਜੀ ਦੇ ਕੋਲ ਖਲੋਤੇ ਭਾਈ ਨੰਦ ਚੰਦ ਜੀ। ਭਾਈ ਨੰਦ ਚੰਦ ਨੇ ਸਤਿਗੁਰੂ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਨੂੰ ਹੁਕਮ ਕਰੋ, ਮਹਾਰਾਜ ਮੈਂ ਜੰਗ ਵਿੱਚ ਜਾਵਾਂ। ਮੈਂ ਅੰਦਾਜ਼ਾ ਲਾ ਰਿਹਾ ਇਕੱਲੇ ਭਾਈ ਸਾਹਿਬ ਚੰਦ ਜੀ ਕੋਲੋਂ ਗੱਲ ਨਹੀਂ ਬਣ ਰਹੀ। ਸਾਧ ਸੰਗਤ ਜੀ, ਭਾਈ ਸਾਹਿਬ ਚੰਦ ਜੀ ਦੇ ਨਾਲ ਭਾਈ ਦਇਆ ਰਾਮ ਜੀ ਨੂੰ ਸਤਿਗੁਰਾਂ ਨੇ ਭੇਜਿਆ ਜੀ। ਉਹ ਵੀ ਜੰਗ ਕਰ ਰਹੇ ਹਨ। ਕਿਵੇਂ ਤੀਰਾਂ ਦਾ ਮੀਂਹ ਆਪਸ ਵਿੱਚ ਪਾ ਰਹੇ ਹਨ ਉਹ ਤੁਸੀਂ ਸੁਣਿਆ ਜੀ। ਭਾਈ ਦਇਆ ਰਾਮ ਜੀ ਬਹੁਤ ਜ਼ਿਆਦਾ ਤੀਰ ਚਲਾਉਂਦੇ ਹੈ। ਤੀਰ ਚਲਾਉਣ ਵਿੱਚ ਭਾਈ ਦਇਆ ਰਾਮ ਜੀ ਦੀ ਬੜੀ ਫੁਰਤੀ ਹੈਗੀ ਆ ਜੀ। ਬੜਾ ਫੁਰਤੀਲਾ ਸਰੀਰ ਹੈ ਭਾਈ ਸਾਹਿਬ ਭਾਈ ਦਇਆ ਰਾਮ ਜੀ ਦਾ। ਸੋ ਹਰੀ ਚੰਦ ਰਾਜਾ ਮੁਕਾਬਲਾ ਕਰ ਰਿਹਾ, ਭੀਖਨ ਖਾਂ, ਨਿਜਾਬਤ ਖਾਂ ਮੁਕਾਬਲਾ ਕਰ ਰਹੇ ਹੈ। ਇਹਦੇ ਨਾਲ ਨਾਲ ਇੱਕ ਹੋਰ ਰਾਜਾ ਸਾਧ ਸੰਗਤ ਜੀ ਜੰਗ ਦੇ ਮੈਦਾਨ ਵਿੱਚ ਆਪਣੀ ਫੌਜ ਲੈ ਕੇ ਆਇਆ ਹੈ, ਚੰਦੇਲ ਦਾ ਰਾਜਾ ਜੀ, ਜਿਹਨੂੰ ਮਧਕਰ ਕਹਿੰਦੇ ਸੀਗੇ ਜੀ। ਆਖੋ ਸ੍ਰੀ ਚੰਦੇਲ ਦਾ ਰਾਜਾ ਮਧਕਰ, ਉਹ ਸਾਧ ਸੰਗਤ ਜੀ ਫੌਜ ਲੈ ਕੇ ਆਇਆ। ਸੋ ਇੱਥੋਂ ਤੱਕ ਆਪ ਜੀ ਨੇ ਕਥਾ ਸਰਵਣ ਕੀਤੀ ਹੈ। ਖੂਬ ਜੰਗ ਹੋ ਰਿਹਾ ਜੀ, ਖੂਬ ਜੰਗ ਹੋ ਰਿਹਾ। ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਜੀ ਦੇਖ ਰਹੇ ਹੈ। ਗੁਰੂ ਜੀ ਦੇ ਪੰਜੇ ਭਰਾ ਜੰਗ ਕਰ ਰਹੇ ਹੈ। ਪੀਰ ਬੁੱਧੂ ਸ਼ਾਹ ਜੀ ਦਾ ਦੂਜਾ ਪੁੱਤ ਵੀ ਸ਼ਹੀਦ ਹੋ ਗਿਆ ਜੀ ਉਸ ਜੰਗ ਵਿੱਚ। ਇਹ ਜੰਗ ਜਿਹੜੀ ਭੰਗਾਣੀ ਦੀ ਜੰਗ ਹੈ ਨਾ ਜੀ, ਇਹ ਬੜਾ ਵੱਡਾ ਯੁੱਧ ਹੋਇਆ ਸਾਧ ਸੰਗਤ ਜੀ। ਪੀਰ ਬੁੱਧੂ ਸ਼ਾਹ ਜੀ ਦਾ ਦੂਜਾ ਪੁੱਤਰ ਜਿਹੜਾ ਉਹ ਵੀ ਸ਼ਹੀਦ ਹੋ ਗਿਆ ਹੈ। ਇੱਥੋਂ ਤੱਕ ਕੱਲ ਆਪਾਂ ਕਥਾ ਸਰਵਣ ਕੀਤੀ ਸੀ। ਆਓ ਹੁਣ ਅੱਜ ਦੇ ਪ੍ਰਸੰਗ ਵਿੱਚ ਚਿੱਤ ਜੋੜੀਏ, ਮਹਾਰਾਜ ਜੀ ਦੇ ਚਰਨਾਂ 'ਚ ਸੁਰਤੀਆਂ ਜੋੜੀਏ। ਭੰਗਾਣੀ ਦਾ ਜੰਗ ਚੱਲ ਰਿਹਾ ਹੈ ਤੇ ਭੰਗਾਣੀ ਦੇ ਜੰਗ ਦੇ ਵਿੱਚ ਸਤਿਗੁਰੂ ਜੀ ਘੋੜੇ ਉੱਤੇ ਬੈਠੇ ਜੰਗ ਨੂੰ ਨਿਹਾਰ ਰਹੇ ਹੈ, ਮੇਰਾ ਕਿਰਪਾ ਕਰ ਰਹੇ ਹਨ। ਲਓ ਜੀ, ਸੁਰਤੀਆਂ ਜੋੜ ਕੇ ਨਾਲ ਨਾਲ ਸਰਵਣ ਕਰੋ ਤੇ ਨਾਲ ਨਾਲ ਦਰਸ਼ਨ ਕਰੋ। ਪਿਆਰ ਨਾਲ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ, ਦੋਹਰਾ। ਸ੍ਰੀ ਕਲਗੀਧਰ ਜਹ ਥਿਰੇ ਹਲਵਾਈ ਸਿੱਖ ਏਕ। ਜਿੱਥੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਖਲੋਤੇ ਆ ਨਾ, ਜੰਗ ਵੇਖ ਰਹੇ ਆ, ਸਤਿਗੁਰੂ ਜੀ ਦੇ ਕੋਲ ਇੱਕ ਲਾਂਗਰੀ ਸਿੱਖ ਸੀਗਾ ਜੀ। ਆਪਾਂ ਉਹਨੂੰ ਹਲਵਾਈ ਕਹਿ ਦਿੰਦੇ ਆ ਜੀ। ਲਾਂਗਰੀ ਸਿੱਖ ਸੀਗਾ ਜੀ। ਹਾਂਜੀ, ਹਾਥ ਜੋਰ ਬੋਲਤ ਪਇਓ ਸੁਨੀਹ ਉਦਦ ਬਿਬੇਕ। ਉਹਦੇ ਮਨ ਵਿੱਚ ਪਤਾ ਨਹੀਂ ਕੀ ਆਇਆ ਜੀ। ਖਲੋਤੇ ਖਲੋਤੇ ਇੱਕਦਮ ਉਹਨੇ ਹੱਥ ਜੋੜੇ, ਕਹਿੰਦਾ ਹੇ ਗਿਆਨ ਦੇ ਸਾਗਰ ਕਲਗੀਧਰ ਸੱਚੇ ਪਾਤਸ਼ਾਹ, ਮਹਾਰਾਜ ਮੇਰੀ ਵੀ ਇੱਕ ਬੇਨਤੀ ਸੁਣ ਲਓ। ਹਾਂਜੀ, ਸਵਈਆ ਛੰਦ। ਅਧਿਕ ਲਾਲਸਾ ਮੋਹਿ ਹਿਰਦੇ ਮਹਿ ਪ੍ਰਭ ਕੇ ਕਾਮ ਰੂ ਰਨ ਥਾਨ। ਗਰੀਬ ਨਵਾਜ ਸੱਚੇ ਪਾਤਸ਼ਾਹ, ਮੇਰੀ ਬੜੀ ਇੱਛਾ ਹੈ, ਮੇਰੇ ਹਿਰਦੇ ਵਿੱਚ ਬੜੀ ਲਾਲਸਾ ਹੈ। ਜਿੱਥੇ ਮੈਂ ਹੋਰ ਸੇਵਾ ਕਰਦਾ,
ਇਸ ਚੱਲਦੀ ਹੋਈ ਜੰਗ ਵਿੱਚ ਵੀ ਸੇਵਾ ਕਰਾਂ। ਆਖੋ ਵਾਹਿਗੁਰੂ। ਵਾਹਿਗੁਰੂ। ਵੇਖ ਲਓ, ਕਈਆਂ ਨੂੰ ਆਵਾਜ਼ ਮਾਰਨ ਦੀ ਲੋੜ ਨਹੀਂ ਪੈਂਦੀ, ਆਪੇ ਹੀ ਆ ਜਾਂਦੇ ਸਾਧ ਸੰਗਤ ਜੀ। ਕਹਿੰਦੇ ਮਹਾਰਾਜ ਕਿਰਪਾ ਕਰੋ, ਮੇਰਾ ਜੀ ਕਰਦਾ ਮੈਂ ਇਸ ਕੰਮ ਵਿੱਚ ਵੀ ਸੇਵਾ ਕਰਾਂ। ਹਾਂਜੀ। ਸ਼ਸਤਰ ਹਾਥ ਮਹਿ ਗਹੇ ਨ ਕਬਹੂ, ਤੋਮਰ ਤੁਪਕ ਨ ਥਾਨ ਕਿਰਪਾਨ। ਗਰੀਬ ਨਵਾਜ, ਮੈਂ ਕਦੀ ਵੀ ਆਪਣੇ ਹੱਥ ਵਿੱਚ ਸ਼ਸਤਰ ਨਹੀਂ ਫੜੇ। ਹੁਣ ਹਲਵਾਈ ਦਾ ਕੰਮ ਤਲਵਾਰ ਨਾਲ ਹੈ ਹੀ ਨਹੀਂ ਜੀ। ਮਹਾਰਾਜ ਨਾ ਤੋਮਰ ਤੁਪਕ, ਨਾ ਬਾਣ ਕਿਰਪਾਨ, ਨਾ ਤੀਰ ਫੜਿਆ, ਨਾ ਕਦੀ ਬੰਦੂਕ ਫੜੀ, ਨਾ ਕੋਈ ਨੇਜਾ ਫੜਿਆ, ਨਾ ਕਦੀ ਮਹਾਰਾਜ ਮੈਂ ਤਲਵਾਰ ਚਲਾਈ ਹੈ। ਹਾਂਜੀ। ਤਉ ਹੋਤ ਉਤਸ਼ਾਹ ਵੱਡੋ ਉਰ ਹਤੋ ਰਿਪੂ ਕੋ ਕਰਹੁ ਬਖਾਨ। ਪਰ ਫਿਰ ਵੀ ਮੇਰੇ ਅੰਦਰ ਬੜਾ ਚਾਅ ਹੈ, ਇਹ ਜੰਗ ਹੁੰਦੀ ਵੇਖ ਕੇ ਮੈਂ ਵੀ ਆਪਣੇ ਹੱਥ ਵਿੱਚ ਸ਼ਸਤਰ ਫੜ ਕੇ ਦੁਸ਼ਟਾਂ ਦਾ ਨਾਸ਼ ਕਰਾਂ। ਮਹਾਰਾਜ ਮੇਰੇ ਤੇ ਵੀ ਕਿਰਪਾ ਕਰੋ। ਇਹਨੂੰ ਤੇ ਕਹਿੰਦੇ ਆ ਚਿੜੀਓ ਤੇ ਮੈਂ ਬਾਜ ਲੜਾਉ। ਉਹਨਾਂ ਦੇ ਅੰਦਰ ਉਤਸ਼ਾਹ ਭਰਨਾ ਜਿਨ੍ਹਾਂ ਨੇ ਸਾਧ ਸੰਗਤ ਜੀ ਨੰਗੀ ਕਰਦ ਕਦੇ ਨਹੀਂ ਪਕੜੀ। ਚਿੜੀ ਉਦੇ ਤੇ ਮੈਂ ਡਰ ਜਾਊਂ, ਦੁਸ਼ਮਣ ਤੇ ਕੈਸੇ ਲੜ ਪਾਊਂ। ਉਹਨਾਂ ਦੇ ਅੰਦਰ ਵੀ ਉਤਸ਼ਾਹ ਭਰਨਾ, ਇਹੋ ਤੇ ਸਤਿਗੁਰੂ ਜੀ ਦਾ ਕਾਰਜ ਸੀਗਾ। ਇਹਨਾਂ ਪਹਾੜੀਆਂ ਰਾਜਿਆਂ ਦੇ ਖਿਲਾਫ ਤੇ ਕੋਈ ਖੰਘਦਾ ਨਹੀਂ ਸੀ ਹੁੰਦਾ ਜੀ। ਤੇ ਅੱਜ ਇੱਕ ਲਾਂਗਰੀ ਹਲਵਾਈ ਸਾਧ ਸੰਗਤ ਜੀ ਦਾ ਨਾਮ ਲਾਲ ਚੰਦ ਹੈ। ਹਾਂਜੀ, ਖੱਤਰੀ ਹੈ, ਅਰੋੜਾ ਹੈ, ਪਰ ਉਹ ਸੱਚੇ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕਰ ਰਿਹਾ, ਕਹਿੰਦਾ ਮਹਾਰਾਜ ਮੇਰਾ ਜੀ ਬੜਾ ਕਰ ਰਿਹਾ ਮੈਂ ਵੀ ਜੰਗ ਵਿੱਚ ਲੜਾਂ। ਮਹਾਰਾਜ ਮੈਂ ਵੀ ਸੱਚੇ ਪਾਤਸ਼ਾਹ ਇਹਨਾਂ ਵੈਰੀਆਂ ਦੁਸ਼ਟਾਂ ਦਾ ਨਾਸ਼ ਕਰਾਂ। ਇਹੋ ਤੇ ਕ੍ਰਾਂਤੀ ਹੈ ਸੱਚੇ ਪਾਤਸ਼ਾਹ ਜੀ ਦੀ। ਆਖੋ ਸ੍ਰੀ ਵਾਹਿਗੁਰੂ। ਇਹੋ ਤੇ ਵੱਡੀ ਕਿਰਪਾ ਸੱਚੇ ਪਾਤਸ਼ਾਹ ਜੀ ਨੇ ਕੀਤੀ ਜੀ। ਹਾਂਜੀ। ਦੇਹੋ ਤੁਰੰਗਮ ਤੇ ਅਰੂੜ ਹੋਏ, ਖੜਗ ਦੇਹੋ ਪੁਨ ਸਿਪਰ ਮਹਾਨ। ਹੇ ਸੱਚੇ ਪਾਤਸ਼ਾਹ, ਮਹਾਰਾਜ ਮੈਨੂੰ ਵੀ ਘੋੜਾ ਦਿਓ, ਮੈਂ ਘੋੜਾ ਲਵਾਂ ਤੇ ਮਹਾਰਾਜ ਮੈਂ ਵੀ ਘੋੜੇ ਤੇ ਸਵਾਰ ਹੋ ਕੇ ਮੈਦਾਨ ਵਿੱਚ ਜਾਵਾਂ, ਮੈਨੂੰ ਵੀ ਢਾਲ ਤੇ ਕਿਰਪਾਨ ਦੇ ਦਿਓ। ਹਾਂਜੀ। ਸ਼੍ਰੀ ਕਲਗੀਧਰ ਸੁਨ ਮੁਸਕਾਨੇ, ਕੋਤਲ ਖਰੇ ਤੁਰੰਗ ਮਹੇਰ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਮਹਾਰਾਜ ਨੇ ਜਦੋਂ ਉਸ ਹਲਵਾਈ ਦੀ ਗੱਲ ਸੁਣੀ ਨਾ ਜੀ, ਵੇਖੋ ਤੇ ਗਾਜਰ ਮੂਲੀ ਕੱਟਣ ਵਾਲਾ ਬੰਦਾ ਸੀਗਾ ਜੀ। ਹਾਂਜੀ, ਉਹ ਤੇ ਜਲ ਪਾਣੀ ਤਿਆਰ ਕਰਨ ਵਾਲਾ ਬੰਦਾ ਜੀ। ਮਹਾਰਾਜ ਨੇ ਜਦੋਂ ਉਸ ਹਲਵਾਈ ਦੀ ਗੱਲ ਸੁਣੀ ਨਾ ਜੀ, ਪਹਿਲਾਂ ਤੇ ਸਤਿਗੁਰੂ ਜੀ ਮੁਸਕਰਾ ਪਏ ਜੀ। ਆਖੋ ਸ੍ਰੀ ਵਾਹਿਗੁਰੂ। ਦੋ ਕਾਰਨ ਨੇ ਖੁਸ਼ ਹੋਣ ਦੇ। ਇੱਕ ਤਾਂ ਉਹਦੀ ਅਨਭੋਲਪੁਣਾ ਵੇਖ ਕੇ ਵੀ ਮਹਾਰਾਜ ਖੁਸ਼ ਹੋਏ ਜੀ, ਵੀ ਕਿਵੇਂ ਪਿਆਰ ਨਾਲ ਕਹਿ ਰਿਹਾ ਵੀ ਮਹਾਰਾਜ ਮੈਂ ਜਾਣਾ। ਦੂਜਾ, ਇਸ ਗੱਲੋਂ ਵੀ ਮਹਾਰਾਜ ਖੁਸ਼ ਹੋਏ ਆ ਕਿ ਹੁਣ ਇਹਨਾਂ ਦੇ ਵਿੱਚ ਵੀ ਵੀਰ ਰਸ ਆ ਰਿਹਾ ਹੈ, ਇਹਨਾਂ ਅੰਦਰ ਵੀ ਇਹ ਜਜ਼ਬਾ ਪੈਦਾ ਹੋ ਰਿਹਾ। ਇਹ ਲੋਕ ਉਹ ਸਨ ਜਿਹੜੇ ਕਹਿੰਦੇ ਸੀ ਨੰਗੀ ਕਰਦ ਕਦੇ ਨਹੀਂ ਪਕੜੀ। ਇਹ ਉਹ ਲੋਕ ਸੀਗੇ ਜਿਹੜੇ ਕਹਿੰਦੇ ਸੀ ਚਿੜੀ ਉੱਡੇ ਤੇ ਮੈਂ ਡਰ ਜਾਊਂ। ਚਿੜੀ ਵੀ ਉੱਡੇ ਤਾਂ ਅਸੀਂ ਡਰ ਜਾਂਦੇ ਆ, ਦੁਸ਼ਮਣ ਤੇ ਕੈਸੇ ਲੜ ਪਾਊਂ। ਪਰ ਉਹ ਅੱਜ ਆਪ ਹੀ ਸੱਚੇ ਪਾਤਸ਼ਾਹ ਨੂੰ ਕਹਿ ਰਹੇ, ਮਹਾਰਾਜ ਅਸੀਂ ਵੀ ਜਾਣਾ, ਅਸੀਂ ਵੀ ਜੰਗ ਕਰਨੀ ਹੈ। ਮਹਾਰਾਜ ਪਹਿਲਾਂ ਤੇ ਮੁਸਕਰਾਏ, ਫਿਰ ਵਾਧੂ ਖੜੇ ਜਿਹੜੇ ਘੋੜੇ ਸਨ। ਜਿਨ ਕੋ ਬਿਰਦ ਗਰੀਬ ਨਿਵਾਜਨ, ਲਿਹੋ ਕੁਮੈਤ ਚਟ ਯਹ ਬਿਨ ਦੇਰ। ਵਾਹ ਵਾਹ। ਆਖੋ ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ। ਮਹਾਰਾਜ ਨੇ ਉਹਨਾਂ ਘੋੜਿਆਂ ਵੱਲ ਵੇਖਿਆ, ਉਹਨਾਂ ਘੋੜਿਆਂ ਵਿੱਚੋਂ ਕੁਮੈਤ ਦਾ ਘੋੜਾ ਖਲੋਤਾ। ਸਾਧ ਸੰਗਤ ਜੀ, ਕੁਮੈਤੀ ਘੋੜਾ ਬੜਾ ਵਧੀਆ ਘੋੜਾ ਹੁੰਦਾ ਜੀ। ਹਾਂਜੀ। ਤੇ ਗਰੀਬ ਨਵਾਜ ਮਹਾਰਾਜ, ਉਂਝ ਹਲਵਾਈ ਨੇ ਕਿੱਥੇ ਕੁਮੈਤੀ ਘੋੜੇ ਤੇ ਚੜ੍ਹਨਾ ਹੈਗਾ ਜੀ, ਇੰਨੇ ਮਹਿੰਗੇ ਘੋੜੇ ਉੱਤੇ। ਸੱਚੇ ਪਾਤਸ਼ਾਹ ਗਰੀਬ ਨਵਾਜ ਉਹਨੂੰ ਵੇਖ ਕੇ ਗੁਰਸਿੱਖਾਂ ਨੂੰ ਕਹਿਣ ਲੱਗੇ, ਭਾਈ ਇਸ ਹਲਵਾਈ ਨੂੰ ਨਾ, ਲਾਂਗਰੀ ਨੂੰ ਕੁਮੈਤ ਘੋੜਾ ਦੇ ਦਿਓ। ਹੁਕਮ ਪਾਏ ਗਹਿ ਵਾਗ ਅਰੂਡਿਓ, ਪ੍ਰਭ ਜੀ ਦੀਜਹ ਸ਼ਸਤਰ ਬਡੇਰ। ਤੇ ਉਹ ਘੋੜਾ ਆ ਗਿਆ। ਮਹਾਰਾਜ ਕਹਿੰਦੇ ਫੜ ਵਾਗ ਤੇ ਚੜ ਜਾ ਉੱਤੇ। ਸਾਧ ਸੰਗਤ ਜੀ, ਉਹ ਹਲਵਾਈ ਚੜ ਗਿਆ ਉੱਤੇ। ਤਾਂ ਉੱਤੇ ਬਹਿ ਕੇ ਮਹਾਰਾਜ ਨੂੰ ਕਹਿੰਦਾ, ਸੱਚੇ ਪਾਤਸ਼ਾਹ ਹੁਣ ਕੋਈ ਸ਼ਸਤਰ ਵੀ ਦੇ ਦਿਓ ਮੈਨੂੰ, ਕੀ ਸ਼ਸਤਰ ਚਲਾਉਣਾ ਜਾ ਕੇ। ਹਾਂਜੀ। ਤੋਮਰ ਕਿਦੋਂ ਤੁਪਕ ਤਨ ਤੀਰ, ਕੇ ਜੋ ਮੈਂ ਹਤੋ ਕੇ ਦੇਹੋ ਸ਼ਮਸ਼ੇਰ। ਗਰੀਬ ਨਵਾਜ ਕੋਈ ਨੇਜਾ, ਕੋਈ ਮਹਾਰਾਜ ਬੰਦੂਕ, ਕੋਈ ਧਨੁਸ਼, ਕੋਈ ਤੀਰ,
ਜਾਂ ਤਲਵਾਰ ਜਿਹਦੇ ਨਾਲ ਮੈਂ ਮਾਰਾਂ ਕਿਸੇ ਨੂੰ। ਹਾਂਜੀ। ਬਿਗਸਤ ਖੜਗ ਸਿਪਰ ਤਬ ਬਖਸ਼ੇ ਬੂਝਤ ਭਇਓ ਹਤਨ ਕੋ ਦਾਏ। ਤੇ ਗਰੀਬ ਨਵਾਜ ਖੁਸ਼ ਹੋ ਗਏ ਉਹਦੀ ਗੱਲ ਸੁਣ ਕੇ ਜੀ। ਫਿਰ ਤੇ ਸਤਿਗੁਰੂ ਜੀ ਨੇ ਨਾ ਇੱਕ ਉਹਨੂੰ ਢਾਲ ਦਵਾਈ ਤੇ ਇੱਕ ਤਲਵਾਰ ਦਿੱਤੀ, ਬੜੀ ਤਿੱਖੀ ਸਾਧ ਸੰਗਤ ਜੀ, ਬੜੀ ਜੰਗੀ ਸ਼ਸਤ ਤਲਵਾਰ ਦਿੱਤੀ ਜੀ। ਤੇ ਉਹ ਕਹਿੰਦਾ ਮਹਾਰਾਜ ਹੁਣ ਇੱਕ ਹੋਰ ਕਿਰਪਾ ਕਰ ਦਿਓ, ਚਲਾਉਣ ਦਾ ਵੀ ਤਰੀਕਾ ਦੱਸ ਦਿਓ। ਆਖੋ ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ। ਚੱਲਦੀ ਜੰਗ 'ਚ ਹੀ ਟ੍ਰੇਨਿੰਗ ਦੇ ਦੇਣੀ ਮਹਾਰਾਜ ਨੇ ਉਹਨੂੰ ਜੀ, ਚੱਲਦੀ ਜੰਗ ਵਿੱਚ ਜੀ। ਕਹਿੰਦਾ ਮਹਾਰਾਜ ਹੁਣ ਚਲਾਉਣ ਦਾ ਵੀ ਤਰੀਕਾ ਦੱਸ ਦਿਓ। ਹਾਂਜੀ। ਕਿਸ ਪਰ ਸਿਪਰ ਗਹੋਂ ਕਿਸ ਮੈਂ ਅਸ ਕਿਮ ਮਾਰੋਂ ਮੋਹਿ ਦੇਹੋ ਬਤਾਏ। ਕਿਸ ਕਰ ਸਿਪਰ ਗਹੋਂ, ਕਿਸ ਹੱਥ ਵਿੱਚ ਮਹਾਰਾਜ ਮੈਂ ਢਾਲ ਫੜਾਂ। ਕਿਸ ਮੈਂ ਅਸ, ਅਸ ਕਹਿੰਦੇ ਤਲਵਾਰ ਨੂੰ। ਮਹਾਰਾਜ ਤਲਵਾਰ ਕਿਹੜੇ ਹੱਥ 'ਚ ਫੜਨੀ ਹੈ। ਕਿਮ ਮਾਰੋ, ਤੂੰ ਮਾਰਨੀ ਕਿਵੇਂ ਹੈ। ਮਹਾਰਾਜ ਕਿਰਪਾ ਕਰਕੇ ਮੈਨੂੰ ਇਹ ਵੀ ਦੱਸ ਦਿਓ। ਵੇਖ ਲਓ, ਉਹਨੂੰ ਇਹ ਨਹੀਂ ਸੀ ਪਤਾ ਵੀ ਤਲਵਾਰ ਕਿਹੜੇ ਹੱਥ ਨਾਲ ਚਲਾਉਣੀ ਜੀ। ਜੰਗ ਕਰਨ ਦੀ ਤੇ ਦੂਰ ਦੀ ਗੱਲ ਹੈ ਜੀ। ਹਾਂਜੀ। ਦੇਖਤ ਸੁਨਤ ਦੁਹਨ ਦਿਸ਼ ਕੇ ਭਟ ਹਸਹਿ ਪਰਸਪਰ ਪੁਨ ਬਿਸਮਾਏ। ਉਹ ਗੁਰੂ ਕੇ ਸਿੱਖ ਹੱਸਣ ਲੱਗ ਪਏ ਤੇ ਉਹ ਕਹਿਣ ਲੱਗਾ ਮਹਾਰਾਜ ਜਦੋਂ ਮੈਨੂੰ ਸਿਪਾਹੀ ਵੇਖਣਗੇ ਹੱਸਣਗੇ ਮੇਰੇ ਤੇ, ਹੈਰਾਨ ਹੋਣਗੇ। ਹਾਂਜੀ। ਅਜਬ ਚਰਿਤ੍ਰ ਪ੍ਰਭੂ ਕੇ ਲਖੀਏ ਤ ਜਿਮ ਚਿਰੀਅਨ ਤੇ ਬਾਜ ਤੁਰਾਏ। ਆਖੋ ਸ੍ਰੀ ਵਾਹਿਗੁਰੂ। ਭਾਈ ਸੰਤੋਖ ਸਿੰਘ ਜੀ ਨੇ ਇੱਥੇ ਲਿਖਿਆ, ਕਹਿੰਦੇ ਕਥਾ ਸੁਣਨ ਵਾਲਿਓ ਗੁਰੂ ਕੇ ਸਿੱਖੋ, ਸਾਡੇ ਸੱਚੇ ਪਾਤਸ਼ਾਹ ਦੇ ਅਚਰਜ ਚਰਿੱਤਰ ਹਨ। ਚਿੜੀ ਦਾ ਬਾਜ ਨਾਲ ਕੋਈ ਮੁਕਾਬਲਾ ਨਹੀਂ ਹੈਗਾ ਜੀ। ਹਾਂਜੀ। ਬਾਜ ਬਾਜ ਹੁੰਦਾ, ਚਿੜੀ ਚਿੜੀ ਹੁੰਦੀ ਆ। ਚਿੜੀ ਵਿਚਾਰੀ ਛੋਟੀ ਜੀ, ਬਾਜ ਵੱਡਾ ਜੀ। ਬਾਜ ਲੜਾਕਾ ਹੁੰਦਾ ਜੀ। ਪਰ ਇਹ ਆਮ ਲੋਕ ਵਿਚਾਰੇ ਚਿੜੀਆਂ ਵਰਗੇ ਸੀਗੇ। ਮਾਨੋ ਚਿੜੀ ਨੂੰ ਵੀ ਬਾਜ ਨਾਲ ਲੜਨੇ ਲਾ ਦਿੱਤਾ ਜੀ। ਕਹਿੰਦੇ ਇਹੋ ਤੇ ਸਤਿਗੁਰਾਂ ਦੇ ਬਚਨ ਨੇ, ਇਹੋ ਤਾਂ ਸਤਿਗੁਰਾਂ ਦੇ ਚਰਿੱਤਰ ਹਨ। ਹਾਂਜੀ। ਸਤਿਗੁਰ ਕਹਿਓ ਸਿਪਰ ਬਹੁ ਬਾਮੇ ਦਾਏ ਬਿਖੈ ਗਹੋ ਸ਼ਮਸ਼ੇਰ। ਤੇ ਗਰੀਬ ਨਵਾਜ ਮਹਾਰਾਜ ਨਾ ਘੋੜੇ ਤੇ ਬੈਠੇ ਹਲਵਾਈ ਨੂੰ ਘੋੜੇ ਤੇ ਬਰਾਬਰ ਬਿਠਾ ਕੇ ਕਹਿਣ ਲੱਗੇ ਪਹਿਲਾਂ ਖੱਬੇ ਹੱਥ ਵਿੱਚ ਢਾਲ ਫੜ ਲਾ। ਕਹਿਣ ਲੱਗੇ ਢਾਲ ਖੱਬੇ ਹੱਥ 'ਚ ਫੜ ਤੇ ਸੱਜੇ ਹੱਥ ਵਿੱਚ ਤਲਵਾਰ ਫੜ ਲਾ। ਕਹਿਣ ਲੱਗੇ। ਹਾਂਜੀ। ਹਾਏ ਤਵਾਏ ਸਨਮੁਖ ਹੋਏ ਰਿਪਕੇ ਰੋਕੋ ਵਾਰਜ ਕਰੇ ਅਗੇਰ। ਤੇ ਘੋੜਾ ਭਜਾ ਕੇ ਚਲੇ ਜਾ ਮੈਦਾਨ ਵਿੱਚ। ਮਹਾਰਾਜ ਕਹਿਣ ਲੱਗੇ ਜੇ ਕੋਈ ਸਾਹਮਣੇ ਆ ਕੇ ਤੈਨੂੰ ਵਾਰ ਕਰੇ ਤੇ ਸਤਿਗੁਰੂ ਕਹਿੰਦੇ ਢਾਲ ਕਰ ਲਈ ਉਸੇ ਵੇਲੇ, ਇੰਜ ਢਾਲ ਕਰ ਲਈ ਅੱਗੇ। ਹਾਂਜੀ। ਬਲ ਤੇ ਖੜਗ ਮਾਰ ਨਿਜ ਕਰਕੇ ਕਰੋ ਫਤਿਹ ਬਨ ਕਹਿ ਸ਼ਮਸ਼ੇਰ। ਤੇ ਬਲ ਤੇ ਖੜਗ ਮਾਰ ਨਿਜ ਘਰ ਤੇ, ਪੂਰੇ ਜ਼ੋਰ ਨਾਲ ਆਪਣੇ ਹੱਥ 'ਚ ਸੱਜੇ ਹੱਥ 'ਚ ਤਲਵਾਰ ਲੈ ਕੇ ਦੂਜੇ ਉੱਤੇ ਵਾਰ ਕਰਨਾ ਹੀ। ਹੁਣ ਪੋਲੇ ਜੇ ਵਾਰ ਕੀਤਿਆਂ ਥੋੜੀ ਕਿਸੇ ਨੇ ਮਰਨਾ ਜੀ। ਹਾਂਜੀ। ਜ਼ੋਰ ਲਾਉਣਾ ਪੈਣਾ। ਮਹਾਰਾਜ ਕਹਿਣ ਲੱਗੇ ਪੂਰੇ ਜ਼ੋਰ ਨਾਲ ਦੂਜੇ ਉੱਤੇ ਵਾਰ ਕਰਕੇ ਜਿੱਤ ਜਾ। ਕਹਿਣ ਲੱਗੇ। ਹਾਂਜੀ। ਹੁਕਮ ਪਾਏ ਕਰ ਗਹਿ ਸੁਚੇਤ ਭਾ ਰਣ ਸਨ ਮੁਕ ਹੋਏ ਚਲਿਓ ਦਲੇਰ। ਤੇ ਸਾਧ ਸੰਗਤ ਜੀ ਸਤਿਗੁਰੂ ਜੀ ਦਾ ਹੁਕਮ ਮੰਨ ਕੇ ਉਹਨੇ ਖੱਬੇ ਹੱਥ ਵਿੱਚ ਢਾਲ ਫੜੀ ਤੇ ਸੱਜੇ ਹੱਥ 'ਚ ਤਲਵਾਰ ਫੜੀ ਜੀ। ਘੋੜੇ ਉੱਤੇ ਬੈਠ ਗਿਆ। ਇਹ ਉਹ ਬੰਦਾ ਹੈ ਜਿਹਨੇ ਕਦੀ ਜੰਗ ਨਹੀਂ ਲੜੀ ਜੀ, ਜਿਹਨੇ ਕਦੀ ਤਲਵਾਰ ਨਹੀਂ ਚਲਾਈ, ਪਰ ਉਹਨੂੰ ਉੱਥੇ ਭੇਜ ਰਹੇ ਆ ਜਿੱਥੇ ਤੀਰਾਂ ਦਾ, ਗੋਲੀਆਂ ਦਾ, ਤਲਵਾਰਾਂ ਦਾ, ਨੇਜਿਆਂ ਦਾ ਮੀਂਹ ਪੈ ਰਿਹਾ ਹੈ ਜੀ। ਉੱਥੇ ਭੇਜ ਰਹੇ ਸਤਿਗੁਰੂ। ਹਾਂਜੀ। ਹੁਤੋ ਮੀਰ ਖਾਂ ਨਾਮ ਖਰੋ ਰਨ ਤਿਸ ਪਰ ਜਾਏ ਪਰਿਓ ਬਲ ਧਾਰ। ਉੱਥੇ ਸਾਧ ਸੰਗਤ ਜੀ ਫਿਰ ਇਹ ਗਿਆ ਹਲਵਾਈ ਮਹਾਰਾਜ ਦਾ। ਅੱਗੇ ਜਾ ਕੇ ਇੱਕ ਪਠਾਨ ਜਿਹੜਾ ਬੜੀ ਜੰਗ ਕਰ ਰਿਹਾ ਸੀ, ਉਹਦਾ ਨਾਮ ਸੀ ਮੀਰ ਖਾਂ। ਇਹਨੇ ਜਾ ਕੇ ਮੀਰ ਖਾਂ ਨੂੰ ਲਲਕਾਰਿਆ। ਤੁਰਕ ਹਰਾਮੀ ਲਵਣ ਖਰੋ ਰਹੋ ਗਰਜਿਓ ਕੇ ਹਰ ਜਿਮ ਲਲਕਾਰ। ਜਿਵੇਂ ਸ਼ੇਰ ਗੱਜਦਾ ਨਾ ਲਲਕਾਰਦਾ, ਉਵੇਂ ਫਿਰ ਗੁਰੂ ਦੇ ਹਲਵਾਈ ਨੇ ਲਲਕਾਰਿਆ ਉਹਨੂੰ। ਕਹਿਣ ਲੱਗਾ ਉਹ ਲੂਣ ਹਰਾਮੀਆਂ ਖਲੋ ਜਾ ਜਰਾ, ਤੈਨੂੰ ਮੈਂ ਦੱਸਦਾ। ਗੁਰੂ ਦਾ ਲੂਣ ਖਾ ਕੇ ਹਰਾਮ ਕੀਤਾ ਹੀ। ਪੂਰੇ ਸ਼ੇਰ ਵਾਂਗੂ ਗੱਜੇ। ਉਤ ਭੀਖਣ ਖਾਂ ਦੇਖ ਪੁਕਾਰਿਓ ਜਾਤ ਅਰੋੜਾ ਬਿਨ ਹਥਿਆਰ। ਉਧਰ ਸਾਧ ਸੰਗਤ ਜੀ ਭੀਖਣ ਖਾਂ ਨੇ ਵੇਖਿਆ ਵੀ ਇਹ ਅਰੋੜਾ, ਇਹਨੇ ਕਦੀ ਸ਼ਸਤਰ ਵੀ ਨਹੀਂ ਫੜੇ। ਹਾਂਜੀ।
ਅਬ ਦੀਨੇ ਇਸ ਖੜਗ ਸਿਪਰ ਗੁਰ ਛੀਨਹੁ ਤੁਰੰਗ ਲਿਹੋ ਇਸ ਮਾਰ। ਵੇ ਹੁਣ ਗੁਰੂ ਨੇ ਇਹਨੂੰ ਘੋੜਾ ਦੇਤਾ, ਸ਼ਸਤਰ ਢਾਲ ਦੇ ਦਿੱਤੀ ਐ। ਉਹ ਆਪਣੇ ਬੰਦਿਆਂ ਨੂੰ ਕਹਿੰਦਾ ਮਾਰੋ ਤੇ ਘੋੜਾ ਤੇ ਸ਼ਸਤਰ ਖੋਲੋ ਇਹਦੇ ਕੋਲੋਂ। ਉਹਨਾਂ ਨੂੰ ਇਹ ਸੀ ਵੀ ਇਹਨੇ ਕਿਹੜਾ ਕੁਝ ਕਰਨਾ, ਪਰ ਇਹ ਨਹੀਂ ਸੀ ਪਤਾ ਜੇ ਗੁਰੂ ਨੇ ਭੇਜਿਆ ਤਾਂ ਐਵੇਂ ਨਹੀਂ ਭੇਜਿਆ ਜੀ। ਜੇ ਸਤਿਗੁਰਾਂ ਨੇ ਭੇਜਿਆ ਤੇ ਬਲ ਵੀ ਬਖਸ਼ਿਆ ਜੀ, ਕਿਰਪਾ ਵੀ ਕਰਕੇ ਭੇਜਿਆ ਜੀ। ਹਾਂਜੀ। ਕਹਾਂ ਲਰਨ ਕੀ ਸਾਰ ਲਖੈ ਇਹੋ ਤਰਕੀ ਤੋਲਤ ਨਿਤ ਤਕਰੀ ਤੋਲਤ ਨਿਤ ਦ੍ਰਿਸ਼ਟਾਏ। ਉਹ ਕਹਿਣ ਲੱਗਾ ਅਸੀਂ ਗੁਰੂ ਕੇ ਲੰਗਰਾਂ 'ਚ ਰਹੇ ਆ, ਇਹ ਤਕੜੀ ਨਾ ਸਮਾਨ ਤੋਲਣ ਵਾਲਾ, ਇਹਨੂੰ ਕੀ ਪਤਾ ਜੰਗ ਕਰਨ ਦਾ। ਹਾਂਜੀ। ਦਇਓ ਖੁਦਾਏ ਮਾਰ ਦੇਹੋ ਆਯੁਧ ਸੁਨਤ ਮੀਰ ਖਾਂ ਓਜ ਵਧਾਏ। ਉਹ ਕਹਿਣ ਲੱਗਾ ਮੀਰ ਖਾਂ ਤੈਨੂੰ ਲਲਕਾਰ ਰਿਹਾ, ਚੱਲ ਖੁਦਾ ਕਿਰਪਾ ਕਰੇਗਾ ਤੇਰੇ ਤੇ, ਮਾਰ ਦੇ ਇਸ ਸਿੱਖ ਨੂੰ। ਨਿਜ ਸ਼ਮਸ਼ੇਰ ਨਿਕਾਸੀ ਤੀਖਨ ਤੁਰੰਗ ਧਵਾਏ ਨੇਰ ਕਉ ਪਾਏ। ਉਧਰ ਭਾਈ ਲਾਲ ਚੰਦ ਗੁਰੂ ਕਾ ਹਲਵਾਈ ਘੋੜਾ ਭਜਾ ਕੇ ਅੱਗੇ ਹੋ ਰਿਹਾ, ਉਧਰੋਂ ਮੀਰ ਖਾਂ ਘੋੜਾ ਭਜਾ ਕੇ ਅੱਗੇ ਆ ਰਿਹਾ ਹੈ। ਕਰਬਲ ਬਾਹੋ ਹਤੀ ਇਸ ਉਪਰ ਰੋਕਿਓ ਢਾਲ ਕਰੀ ਅਗਵਾਏ। ਉਹਨੇ ਵਾਰ ਕੀਤਾ ਜੀ ਪੂਰੇ ਜ਼ੋਰ ਨਾਲ ਮੀਰ ਖਾਂ ਨੇ, ਤੇ ਲਾਲ ਚੰਦ ਹਲਵਾਈ ਨੂੰ ਚੇਤਾ ਆਇਆ ਵੀ ਮਹਾਰਾਜ ਨੇ ਕਿਹਾ ਸੀ ਜਦੋਂ ਵਾਰ ਹੋਏਗਾ ਇੰਜ ਢਾਲ ਅੱਗੇ ਕਰ ਲਈ। ਉਹਨੇ ਢਾਲ ਅੱਗੇ ਕਰ ਲਈ, ਉਹਦਾ ਵਾਰ ਰੋਕ ਲਿਆ ਜੀ। ਹਾਂਜੀ। ਬਹੁਰ ਸੰਭਾਰ ਰਹਿਓ ਹਿਤ ਮਾਰਨ ਇਤ ਉਤ ਤਕ ਹੈ ਹਤਨ ਕੇ ਦਾਏ। ਫਿਰ ਮਾਰਨ ਵਾਸਤੇ ਸ਼ਸਤਰ ਫੜਿਆ ਜਿਹੜਾ, ਉਹਦਾ ਦਾਲ ਆਉਂਦੇ ਵੀ ਮੈਂ ਕਿੱਥੋਂ ਕੋ ਇਹਨੂੰ ਮੀਰ ਖਾਂ ਨੂੰ ਮਾਰਾਂ। ਲਾਲ ਚੰਦ ਲਹਿ ਗੁਰ ਬਚ ਬਲ ਕਉ ਤੂਰਨ ਕਰਕੇ ਖੜਗ ਚਲਾਏ। ਬਸ ਫਿਰ ਲਾਲ ਚੰਦ ਨੇ ਮਹਾਰਾਜ ਦੇ ਚਰਨਾਂ ਦਾ ਧਰਿਆ ਧਿਆਨ ਜੀ, ਸਤਿਗੁਰਾਂ ਦੇ ਬਚਨਾਂ ਨੂੰ ਕੀਤਾ ਯਾਦ, ਪੂਰੇ ਬਲ ਨਾਲ ਤਲਵਾਰ ਚਲਾਈ। ਕਰਤੇ ਸਿਰ ਤਤਕਾਲ ਉਤਾਰਿਓ ਸ਼ਾਖਾ ਤੇ ਫਲ ਮਨੋ ਗਿਰਾਏ। ਤੇ ਸਾਧ ਸੰਗਤ ਜੀ ਪੂਰੇ ਬਲ ਨਾਲ ਜਦੋਂ ਤਲਵਾਰ ਚਲਾਈ, ਮੀਰ ਖਾਂ ਪਠਾਣਾ ਦਾ ਯੋਧਾ ਸੀਗਾ, ਕਿਸੇ ਨੂੰ ਅੰਦਾਜ਼ਾ ਵੀ ਨਹੀਂ ਸੀ ਇਸ ਤਰ੍ਹਾਂ ਹੋ ਜਾਏਗਾ। ਉਹ ਗੁਰੂ ਕੇ ਹਲਵਾਈ ਨੇ ਪੂਰੇ ਜ਼ੋਰ ਨਾਲ ਤਲਵਾਰ ਚਲਾ ਕੇ ਸਿਰ ਵੱਢ ਕੇ ਧਰਤੀ ਤੇ ਸੁੱਟਤਾ ਉਹਦਾ ਜੀ, ਸਿਰ ਵੱਢ ਕੇ ਜੀ। ਭਾਈ ਸੰਤੋਖ ਸਿੰਘ ਕਹਿੰਦੇ ਸ਼ਾਖਾ ਤੇ ਫਲ ਮਨੋ ਗਿਰਾਏ। ਹਾਂਜੀ, ਜਿਵੇਂ ਟਾਹਣੀ ਨਾਲ ਲੱਗਾ ਫਲ ਨਹੀਂ ਤੋੜ ਕੇ ਸੁੱਟ ਦਈਦਾ, ਉਵੇਂ ਸਿਰ ਵੱਢ ਕੇ ਸੁੱਟ ਦਿੱਤਾ। ਪਰਿਓ ਤੁਰੰਗ ਤੇ ਧਰ ਧਰ ਉਪਰ ਹੈ ਗੇਰਤ ਹੀ ਗਇਓ ਪਰਾਏ। ਕਹਿਣ ਲੱਗੇ ਧਰਤੀ ਤੇ ਪਹਿਲਾਂ ਧੌਣ ਡਿੱਗੀ, ਉਹਦੀ ਸਿਰ ਡਿੱਗਿਆ, ਮੁੜ ਧੜ ਡਿੱਗ ਗਿਆ, ਘੋੜਾ ਖਾਲੀ ਹੀ ਭੱਜ ਗਿਆ। ਗੁਰਦਲ ਹਸਿਓ ਅਧਿਕ ਹੀ ਨਾਦਤ ਲਾਜ ਸਿੰਧ ਮਹਿ ਡੂਬ ਪਠਾਨ। ਵਾਹ ਵਾਹ, ਮਹਾਰਾਜ ਦੀਆਂ ਫੌਜਾਂ ਹੱਸ ਪਈਆਂ ਜੀ। ਉਹ ਭਾਈ ਉਹ ਆਪਣੇ ਗਾਜਰ ਮੂਲੀ ਕੱਟਣ ਵਾਲੇ ਨੇ ਅੱਜ ਸਿਰ ਵੀ ਉਵੇਂ ਹੀ ਕੱਟ ਦਿੱਤਾ ਜੇ। ਉਹ ਮਹਾਰਾਜ ਦੀ ਕਿਰਪਾ ਹੋ ਗਈ ਹੈ। ਉਹ ਵੇਖੋ ਆਪਣਾ ਤੇ ਹਲਵਾਈ ਨਹੀਂ ਮਾਣ ਕਹਿੰਦੇ, ਇਹੋ ਬੰਦੇ ਮਾਰੀ ਜਾਂਦਾ, ਆਪਣਾ ਤੇ ਹਲਵਾਈ ਕਹਿੰਦੇ ਕਮਾਲ ਕਰੀ ਜਾਂਦਾ ਹੈ। ਆਖੋ ਸ੍ਰੀ ਵਾਹਿਗੁਰੂ, ਸ੍ਰੀ ਵਾਹਿਗੁਰੂ। ਉਹ ਬੜੇ ਖੁਸ਼ ਤੇ ਸਾਧ ਸੰਗਤ ਜੀ, ਉਹਨਾਂ ਨੇ ਨਾ ਜਿਹੜੇ ਸਾਜ਼ ਵਜਾਉਣ ਵਾਲੇ ਸੀ ਨਾ, ਜੰਗੀ ਸਾਜ਼, ਫਿਰ ਉਹਨਾਂ ਖੁਸ਼ੀਆਂ ਵਾਲਾ ਸਾਜ਼ ਵਜਾਇਆ ਜੀ। ਆਖੋ ਸ੍ਰੀ ਵਾਹਿਗੁਰੂ, ਸ੍ਰੀ ਵਾਹਿਗੁਰੂ। ਚੇਤਾ ਰੱਖਿਓ ਮਹਾਰਾਜ ਨੇ ਕਿਹਾ ਸਿੱਖ ਨੂੰ ਸਾਰਾ ਕੁਝ ਹੀ ਆਉਣਾ ਚਾਹੀਦਾ ਜੀ। ਇਹ ਨਿਰੀ ਕਥਾ ਹੀ ਨਾ ਕਰਨੀ ਜਾਣਦਾ ਹੋਵੇ, ਇਹਨੂੰ ਲੰਗਰ ਵੀ ਬਣਾਉਣਾ ਆਉਣਾ ਚਾਹੀਦਾ ਜੀ। ਹਾਂਜੀ, ਇਹਨੂੰ ਜਲ ਪਾਣੀ ਵੀ ਬਣਾਉਣਾ ਆਉਣਾ ਚਾਹੀਦਾ ਜੀ। ਹੁਣ ਲਿੰਬ ਪੁੱਛ ਕੇ ਵਾਜਿਆਂ ਦੇ ਅੱਗੇ ਨਵੇਂ ਮੁੰਡੇ ਆ ਕੇ ਬਹਿ ਜਾਂਦੇ ਆ, ਤੇ ਨਾ ਨਿਤਨੇਮ ਜੀ, ਨਾ ਕੋਈ ਸੇਵਾ ਜੀ, ਨਾ ਕੌਲੀ ਚੁੱਕਦੇ ਆ, ਤੇ ਕੀ ਹੈ ਜੀ, ਬਸ ਗਾਉਣਾ ਹੀ ਆਉਂਦਾ ਹੈ ਜੀ। ਨਾ ਇੱਥੇ ਲੜਨਾ ਵੀ ਆਉਣਾ ਚਾਹੀਦਾ ਹੈ ਜੀ, ਇੱਥੇ ਝਾੜੂ ਪੋਚਾ ਫੇਰਨਾ ਵੀ ਆਉਣਾ ਚਾਹੀਦਾ ਹੈ, ਇੱਥੇ ਲੰਗਰ ਬਣਾਉਣਾ ਵੀ ਆਉਣਾ ਚਾਹੀਦਾ, ਇੱਥੇ ਪਾਠ ਕਰਨਾ ਵੀ ਆਉਣਾ ਚਾਹੀਦਾ। ਹਰ ਪਾਸਿਓਂ ਗੁਰੂ ਕਾ ਸਿੱਖ ਪੂਰਾ ਹੋਣਾ ਚਾਹੀਦਾ ਹੈ, ਸਾਰੇ ਕੰਮ ਆਉਣੇ ਚਾਹੀਦੇ। ਕਿਤੇ ਨਿਹੰਗਾਂ ਸਿੰਘਾਂ ਦੇ ਦਲਾਂ 'ਚ ਜਾਓ, ਉੱਥੇ ਸਾਰੇ ਕੰਮ ਹੀ ਆਉਂਦੇ ਸਾਧ ਸੰਗਤ ਜੀ। ਜੇ ਸਾਡੇ ਬੰਦਿਆਂ ਨੂੰ ਕਹਿ ਦਈਏ ਨਾ ਵੀ ਆ ਘੋੜੇ ਨੂੰ ਸਾਂਭੋ ਜਦਾ, ਤੇ ਨਹੀਂ ਸਾਂਭਿਆ ਜਾਣਾ ਸਾਧ ਸੰਗਤ ਜੀ। ਸੋ ਹੁਣ ਸਾਰੇ ਬੜੇ ਖੁਸ਼ ਹੋਏ, ਪਰ ਉਹ ਪਠਾਨ ਜਿਹੜਾ ਸਾਧ ਸੰਗਤ ਜੀ ਭੀਖਣ ਖਾਂ ਮੀਰ ਖਾਂ ਨੂੰ ਕਹਿ ਰਿਹਾ ਸੀ ਨਾ, ਜਾ ਇਹ ਕੋਈ ਸ਼ਸਤਰ ਖੋਲਾ, ਇਹਨੂੰ ਕਿਹੜਾ ਕੁਝ ਕਰਨਾ ਆਉਂਦਾ, ਉਹ ਸ਼ਰਮ ਦੇ ਸਮੁੰਦਰ ਵਿੱਚ ਡੁੱਬਣ ਲੱਗ ਪਿਆ ਜੀ। ਭਾਵ ਉਹਨੂੰ ਬਹੁਤ ਸ਼ਰਮ ਆਈ। ਤਕਰੀ ਤੋਲਨ ਹਾਰ ਹਾਥ ਤੇ ਮਰਿਓ ਖਾਨ ਬਲਬੀਰ ਮਹਾਨ। ਕਹਿੰਦਾ ਲੈ ਤਕੜੀ ਤੋਲਣ ਵਾਲੇ ਤੋਂ ਸਾਡਾ
ਐਡਾ ਵੱਡਾ ਯੋਧਾ ਪਠਾਨ ਮਰ ਗਿਆ। ਹਾਂਜੀ। ਭੀਖਨ ਖਾਨ ਨਿਜਾਬਤ ਖਾਨੈ ਸਭ ਖਾਨਨ ਸੋ ਕੀਨ ਬਖਾਨ। ਤੇ ਸਾਧ ਸੰਗਤ ਜੀ, ਭੀਖਨ ਖਾਨ ਨੇ ਨਜਾਬਤ ਖਾਨ ਨੂੰ ਹੋਰ ਵੀ ਸਾਰੇ ਪਠਾਣਾਂ ਨੂੰ ਕਿਹਾ, ਕਿਉ ਬਲ ਤਜਹੋ ਮਰਹੋ ਰਨ ਮਹੀਆ ਸਮੁਖ ਹੇਲ ਘਾਲਿਓ ਕਮਸਾਨ। ਘੱਲ ਹੋ ਕਮਸਾਨ। ਉਹ ਕਹਿੰਦਾ ਕਿਉਂ ਮਰਨ ਦਾ ਪ੍ਰਣ ਕਰ ਲਿਆ ਜੇ, ਸਾਹਮਣੇ ਹੋਵੋ, ਬਲ ਧਾਰੋ ਤੇ ਲੜੋ। ਸਾਧ ਸੰਗਤ ਮੈਨੂੰ ਪੰਕਤੀ ਚੇਤਾ ਆ ਗਈ ਹੈ ਪੂਰੀ, ਆਖੋ ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ। ਕਾਮ ਹਮਾਰਾ ਤੋਲਣ ਤਕੜੀ। ਕਾਮ, ਕਾਮ ਦਾ ਅਰਥ ਹੈ ਕੰਮਕਾਰ ਜੀ। ਕੰਮਕਾਰ ਕੀ ਸਾਡਾ ਤਕੜੀ ਫੜ ਕੇ ਤੋਲਣਾ ਜੀ। ਕਾਮ ਹਮਾਰਾ ਤੋਲਣ ਤਕੜੀ, ਨੰਗੀ ਕਰਦ ਕਰਦੇ ਨਹੀਂ ਪਕੜੀ। ਹਾਂਜੀ, ਨੰਗੀ ਛੁਰੀ ਫੜਨ ਤੋਂ ਵੀ ਡਰ ਲੱਗਦਾ ਵੀ ਹਾਏ ਵੱਜ ਨਾ ਜਾਵੇ। ਹਾਂਜੀ, ਚਿੜੀ ਉਡੇ ਤੇ ਮੈਂ ਡਰ ਜਾਊਂ, ਦੁਸ਼ਮਨ ਸੇ ਕੈਸੇ ਲੜ ਪਾऊं। ਕਹਿੰਦੇ ਅੱਗੋਂ ਸਤਿਗੁਰੂ ਬੋਲੇ ਜੀ, 1.25 ਸੇ ਏਕ ਲੜਾऊं, ਚਿੜੀਓਂ ਸੇ ਬਾਜ ਲੜਾऊं, ਤਬੈ ਗੋਬਿੰਦ ਸਿੰਘ ਨਾਮ ਕਹਾऊं। ਅੱਜ ਉਹ ਕੰਮ ਹੋ ਗਿਆ। ਉਹ ਕਹਿੰਦਾ ਤਕੜੀ ਤੋਲਣ ਵਾਲੇ ਦੇ ਹੱਥੋਂ ਮਰ ਗਿਆ, ਆਪਣੇ ਸਾਰੇ ਪਠਾਣਾਂ ਨੂੰ ਦਬਕੇ ਮਾਰਨ ਲੱਗਾ। ਕਾਤੁਰ ਸ਼ਸਤਰ ਨ ਜਾਣੈ ਪਕਰਨ ਤਿਨ ਤੇ ਮਰਹੋ ਨ ਬਨ ਸਵਧਾਨ। ਕਹਿੰਦਾ ਸਾਵਧਾਨ ਕਿਉਂ ਨਹੀਂ ਹੁੰਦੇ? ਉਹ ਬੰਦੇ ਜਿਹੜੇ ਹਥਿਆਰ ਫੜਨਾ ਨਹੀਂ ਜਾਣਦੇ, ਉਹਨਾਂ ਕੋਲੋਂ ਮਰੀ ਜਾਂਦੇ ਜੇ। ਸਾਧ ਸੰਗਤ, ਇੱਥੇ ਜ਼ਰੂਰੀ ਨਹੀਂ ਹੈ ਵੀ ਟ੍ਰੇਨਿੰਗ ਹੀ ਕੀਤੀ ਹੋਵੇ। ਇੱਥੇ ਗੁਰੂ ਦੀ ਮਿਹਰ ਕੋਈ ਪਤਾ ਨਹੀਂ ਕਿਹੜੇ ਵੇਲੇ ਕਿਹਦੇ ਉੱਤੇ ਹੋ ਜਾਣੀ ਹੈ ਜੀ। ਹਾਂਜੀ। ਇਮ ਇਕਠੇ ਕਰ ਹਰੀ ਚੰਦ ਜੁਤ ਮਦ ਕਰ ਸ਼ਾਹੇ ਚੰਦੇਲ ਸੁਜਾਨ। ਇਸ ਤਰੀਕੇ ਨਾਲ ਸਾਧ ਸੰਗਤ ਜੀ ਉਹਨੇ ਦਬਕੇ ਮਾਰੇ। ਉਧਰੋਂ ਹਰੀ ਚੰਦ ਰਾਜਾ ਤੇ ਮਦਕਰ ਸ਼ਾਹ ਚੰਦੇਲੀਆ। ਓਰੜ ਪਰੇ ਗੁਰੂ ਦਲ ਉਪਰ ਛੋਰਤ ਗੁਲਕਾਂ ਤੀਖਨ ਬਾਨ। ਉਹ ਵੀ ਸਤਿਗੁਰਾਂ ਦੀ ਫੌਜਾਂ ਉੱਤੇ, ਗੁਰਸਿੱਖਾਂ ਉੱਤੇ ਵੱਡੀ ਫੌਜ ਲੈ ਕੇ ਪਏ ਆ। ਕੋ ਬਰਛੀ ਤੋਮਰ ਕਿਨ ਮਾਰਿਓ ਹੇਲਾ ਕਰਿਓ ਅਧਿਕ ਪਟਹਾਨ। ਗੋਲੀਆਂ ਤੀਰ ਛੱਡ ਰਹੇ ਆ, ਕਿਸੇ ਨੇ ਬਰਛੀ, ਕਿਸੇ ਨੇ ਤੋਮਰ, ਹਾਂਜੀ, ਬੰਦੂਕ, ਤਲਵਾਰ, ਇਸ ਤਰੀਕੇ ਨਾਲ ਚਲਾ ਰਹੇ ਆ ਤੇ ਸੂਰਮਿਆਂ ਦਾ ਨੁਕਸਾਨ ਕਰ ਰਹੇ ਹਨ। ਨੰਦ ਚੰਦ ਅਰ ਸਾਹਿਬ ਚੰਦਹਿ ਦਇਆ ਰਾਮ ਪ੍ਰੋਹਤ ਬਲਵੰਤ। ਪਰ ਭਾਈ ਨੰਦ ਚੰਦ ਜੀ, ਸਾਹਿਬ ਚੰਦ ਜੀ ਤੇ ਦਇਆ ਰਾਮ ਜੀ ਬੜੇ ਬਲ ਨਾਲ ਮੁਕਾਬਲਾ ਕਰ ਰਹੇ ਹਨ। ਸੰਗੋ ਸ਼ਾਹ ਜੀਤ ਮਲ ਮਿਲ ਕੈ ਸਾਧ ਕਿਰਪਾਲ ਵਿਸਾਲ ਮਹੰਤ। ਬਾਬਾ ਸੰਗੋ ਸ਼ਾਹ ਜੀ, ਜੀਤ ਮਲ ਜੀ, ਮਹੰਤ ਕਿਰਪਾਲ ਦਾਸ ਜੀ ਸਾਰੇ ਜੰਗ ਕਰ ਰਹੇ ਹਨ। ਗੰਗਾ ਰਾਮ ਮਾਹਰੀ ਚੰਦਹਿ ਬਹੁਰ ਗੁਲਾਬ ਚੰਦ ਮਤਵੰਤ। ਭਾਈ ਗੰਗਾ ਰਾਮ ਜੀ ਇਹ ਵੀ ਮਹਾਰਾਜ ਦੇ ਭਰਾ ਨੇ। ਮਾੜੀ ਚੰਦ ਜੀ, ਗੁਲਾਬ ਚੰਦ ਜੀ ਸਾਰੇ ਬੜੇ ਸਿਆਣੇ ਹਨ। ਲੇਕਰ ਦਲ ਕੋ ਅਰੇ ਅਰਿਨ ਸੋ ਗਨ ਗੁਲਕਾਂ ਅਰ ਬਾਲ ਚਲੰਤ। ਸਾਧ ਸੰਗਤ ਜੀ ਦਲ ਲੈ ਕੇ, ਫੌਜ ਲੈ ਕੇ ਜੰਗ ਕਰ ਰਹੇ ਆ, ਪਰ ਕਹਿਣ ਲੱਗੇ ਗੋਲੀਆਂ ਚੱਲ ਰਹੀਆਂ ਨੇ ਤੇ ਚਲਾ ਵੀ ਰਹੇ ਹਨ, ਤੀਰ ਵੀ ਚਲਾਉਂਦੇ ਹਨ। ਮਾਤੁਲ ਬਲੀ ਕਿਰਪਾਲ ਸਮੁਖ ਹੋਇ ਤੀਰਨ ਤੇ ਗਨ ਵੀਰ ਪਰੋਏ। ਸਤਿਗੁਰਾਂ ਦੇ ਮਾਮਾ ਜੀ ਵੀ ਸਾਧ ਸੰਗਤ ਜੀ ਜੰਗ ਕਰ ਰਹੇ ਆ, ਬੜੇ ਤੀਰਾਂ ਦੇ ਨਾਲ ਪਹਾੜੀਆਂ ਦੀਆਂ ਫੌਜਾਂ ਨੂੰ ਪਰੋ ਦਿੱਤਾ ਹੈ। ਗਿਰੇ ਦੜਾਦੜ ਅਵਨੀ ਉਪਰ ਸਮਰਨ ਥੰਬੇ ਰਹਿਓ ਖਰੋਏ। ਕਹਿਣ ਲੱਗੇ ਦੜਾ ਦੜ ਬੰਦਿਆਂ ਨੂੰ ਸਾਧ ਸੰਗਤ ਧਰਤੀ ਤੇ ਸੁੱਟਿਆ, ਆਪ ਖੰਭਿਆਂ ਦੀ ਤਰ੍ਹਾਂ ਜੰਗ ਦੇ ਮੈਦਾਨ ਵਿੱਚ ਖਲੋਤੇ ਹਨ। ਜੁਟਿਓ ਜੀਤ ਮਲ ਹਰੀ ਚੰਦ ਸੋ ਸਨਮੁਖ ਪਿਕਹੇ ਪਰਸ ਪਰ ਦੋਏ। ਪਰ ਹੁਣ ਨਾ ਦੋ ਜਣਿਆਂ ਦਾ ਯੁੱਧ ਸ਼ੁਰੂ ਹੋਇਆ ਜੀ। ਇੱਕ ਹਰੀ ਚੰਦ ਰਾਜਾ ਜਿਹੜਾ ਬੜਾ ਯੋਧਾ, ਦੂਜੇ ਬੰਨੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਦੋਤਰਾ, ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦਾ ਭਾਣਜਾ ਤੇ 10ਵੇਂ ਪਾਤਸ਼ਾਹ ਦਾ ਭਰਾ ਭਾਈ ਜੀਤ ਮੱਲ ਜੀ, ਉਹ ਹਨ। ਹਾਂਜੀ। ਘਾਤ ਕਰਨ ਹਿਤ ਘਾਤ ਵਿਚਾਰਤ ਚਪਲ ਚਲਾਕ ਤੁਰੰਗਮ ਹੋਏ। ਦੋਵੇਂ ਘੋੜਿਆਂ ਦੇ ਉੱਤੇ ਆ ਤੇ ਸਾਧ ਸੰਗਤ ਜੀ ਇੱਕ ਦੂਜੇ ਉੱਤੇ ਵਾਰ ਕਰਨ ਦਾ ਰਾਹ ਵੇਖ ਰਹੇ ਹਨ। ਸੰਗੋ ਸ਼ਾਹ ਨਿਜਾਬਤ ਸੰਗੇ ਅਰੇ ਪਰਸਪਰ ਵੀਰ ਜੁਝਾਰ। ਬਾਬਾ ਸੰਗੋ ਸ਼ਾਹ ਜੀ ਨਜਾਬਤ ਖਾਨ ਨਾਲ ਯੁੱਧ ਕਰਨ ਵਾਸਤੇ ਤਿਆਰ ਹੋ ਗਏ ਹਨ।
ਹਾਂਜੀ। ਲਾਲ ਬਿਲੋਚਨ ਕ੍ਰੋਧ ਭਰੇ ਚਿਤ, ਚਾਹੈ ਆਪ ਮੈਂ ਕਰਨ ਪ੍ਰਹਾਰ। ਸਾਰਿਆਂ ਦੀਆਂ ਅੱਖਾਂ ਲਾਲ ਨੇ ਤੇ ਇੱਕ ਦੂਜੇ ਉੱਤੇ ਵਾਰ ਕਰਨਾ ਚਾਹੁੰਦੇ ਹਨ। ਇਤ ਉਤ ਵਿਚਰਤ ਹਤੇ ਤੀਰ, ਤਿਤ ਕਬ ਦਾਏ ਕਬ ਬਾਂਧ ਕਦੀ ਸਿਧਾਰ। ਸੱਜੇ ਕਦੇ ਖੱਬੇ ਇੱਧਰ ਉੱਧਰ ਤੱਕ ਕੇ ਤੀਰ ਚਲਾਉਂਦੇ ਹਨ। ਮਹਾਬੀਰ ਬਰ ਉਰ ਹੰਕਾਰਤ, ਸ਼ਸਤਰਨ ਵਿਦਿਆ ਜਾਨ ਉਦਾਰ। ਸਾਰੇ ਸ਼ਸਤਰਾਂ ਦੀ ਵਿੱਦਿਆ ਜਾਣਦੇ ਆ, ਸਾਰੇ ਯੋਧੇ ਆ, ਸੋ ਸਾਰੇ ਜਿੱਤ ਵੀ ਪ੍ਰਾਪਤ ਕਰਨੀ ਚਾਹੁੰਦੇ ਹਨ। ਹਾਂਜੀ। ਜੀਤ ਮਲ ਖਰ ਤੀਰ ਨਿਕਾਰਿਓ, ਧਨ ਮਹਿ ਜੋਰ ਖੈਂਚ ਕਰਤਾਨ। ਬਾਬਾ ਭਾਈ ਜੀਤ ਮੱਲ ਜੀ ਨੇ ਵੀ ਆਪਣੇ ਭੱਥੇ ਵਿੱਚੋਂ ਤੀਰ ਕੱਢਿਆ। ਸਾਧ ਸੰਗਤ ਜੀ, ਪੂਰੇ ਜ਼ੋਰ ਨਾਲ ਮਾਰਨ ਦੀ ਤਿਆਰੀ ਹੈ। ਹਰੀ ਚੰਦ ਕੋ ਤਾਕ ਨਿਸ਼ਾਨੋ, ਤਤ ਖਿਨ ਛੋਰਿਓ ਕਰ ਬੇਹਾਨ। ਨਿਸ਼ਾਨਾ ਕਿੱਧਰ ਲਾ ਰਹੇ ਆ? ਹਰੀ ਚੰਦ ਰਾਜੇ ਵੱਲ ਜੀ। ਹਰੀ ਚੰਦ ਕੋ ਤਾਕ ਨਿਸ਼ਾਨੋ, ਤਤ ਖਿਨ ਛੋਰਿਓ ਕਰਬੇ ਹਾਨ। ਕਹਿੰਦੇ ਉਸੇ ਵੇਲੇ ਹੀ ਹਰੀ ਚੰਦ ਨੂੰ ਮਾਰਨ ਲਈ ਉਹਨਾਂ ਤੀਰ ਛੱਡਿਆ। ਆਵਤ ਕੋ ਅਵਲੋਕ ਗਇਓ, ਟਰ ਸਰ ਨਿਸ਼ਫਲ ਤੇ ਕ੍ਰੋਧ ਮਹਾਨ। ਪਰ ਸਾਧ ਸੰਗਤ ਜੀ, ਹਰੀ ਚੰਦ ਨੇ ਉਸ ਤੀਰ ਨੂੰ ਆਪਣੇ ਸਰੀਰ ਨੂੰ ਲੱਗਣ ਤੋਂ ਬਚਾ ਲਿਆ ਜੀ। ਕਹਿੰਦੇ ਬਾਬਾ ਜੀਤ ਮੱਲ ਜੀ ਵਿੱਚ ਹੋਰ ਕ੍ਰੋਧ ਜਾਗਿਆ। ਕਹਾਂ ਭਇਆ ਹਰੀ ਭਾਜਤ ਜੈ ਹੈ, ਅਬ ਕੈ ਹਾਨ ਦਇਓ ਤਵ ਪ੍ਰਾਨ। ਕਹਿਣ ਲੱਗੇ, ਉਹ ਹਰੀ ਚੰਦਾ ਕਿੱਥੇ ਭੱਜ ਦੇਗਾ? ਹੁਣ ਮਾਰਾਂਗਾ, ਪ੍ਰਾਣ ਕੱਢ ਦਿਆਂਗਾ ਤੇਰੇ। ਇਮ ਕਹਿ ਤੀਛਨ ਤੀਰ ਨਿਕਾਸਿਓ, ਉਤਤੇ ਹਰੀ ਚੰਦ ਲਿਆ ਬਾਨ। ਇਹ ਕਹਿ ਕੇ ਬੜਾ ਤਿੱਖਾ ਤੀਰ ਸਾਧ ਸੰਗਤ ਜੀ ਬਾਬਾ ਜੀਤ ਮੱਲ ਜੀ ਨੇ ਕੱਢਿਆ, ਆਪਣੀ ਕਮਾਨ ਵਿੱਚ ਲਾਇਆ। ਦੂਜੇ ਬੰਨੇ ਹਰੀ ਚੰਦ ਨੇ ਵੀ ਤੀਰ ਕੱਢਿਆ। ਦੋਨੋਂ ਕੇ ਤਨ ਤੇ ਛੁੱਟ ਚਾਲੇ, ਬਹੇ ਬੇਗ ਤੇ ਸਰਪ ਸਮਾਨ। ਕਹਿੰਦੇ ਦੋਵਾਂ ਨੇ ਇੱਕ ਦੂਜੇ ਨੂੰ ਵੇਖ ਕੇ ਨਾ ਤੀਰ ਚਲਾਇਆ। ਆਖੋ ਵਾਹਿਗੁਰੂ। ਵਾਹਿਗੁਰੂ। ਤੀਰ ਚਲਾਏ ਵਾਹਿਗੁਰੂ। ਸੱਪ ਵਾਂਗੂ ਸ਼ੂਕ ਦੇ ਜਿਵੇਂ ਉੱਡਣੇ ਸੱਪ ਜਾਂਦੇ ਆ ਨਾ, ਉਵੇਂ ਤੀਰ ਗਏ ਹਨ। ਸਨਮੁਖ ਖਰੇ ਤੁਰੰਗਮ, ਦੋਨੋਂ ਲਗੇ ਭਾਲ ਮਹਿ ਇੱਕ ਥਿਰ ਤਾਨ। ਤੇ ਸਾਧ ਸੰਗਤ ਜੀ, ਦੋਵਾਂ ਨੇ ਜਦੋਂ ਜ਼ੋਰ ਦੀ ਇੱਕੋ ਦਾ ਨਾਲ ਤੀਰ ਚਲਾਇਆ ਨਾ, ਤੇ ਦੋਵਾਂ ਦੇ ਘੋੜਿਆਂ ਦੇ ਮੱਥਿਆਂ ਵਿੱਚ ਤੀਰ ਵੱਜ ਗਏ ਜੀ। ਦੋਵਾਂ ਦੇ ਘੋੜੇ ਜਿਹੜੇ ਹਨ ਉਹ ਡਿੱਗ ਗਏ ਹਨ। ਦੋਨੋਂ ਗਿਰੇ ਧਰਾ ਪਰ ਥਿਤ ਹੈ, ਤਜੇ ਹਯਨ ਕੋ ਪੁਨ ਸਵਧਾਨ। ਪਰ ਫਿਰ ਘੋੜੇ ਤੇ ਛੱਡਣੇ ਹੀ ਪੈਣੇ ਸੀ ਦੋਵਾਂ ਨੂੰ। ਉਂਝ ਹੋ ਗਏ, ਪੈਦਲ ਹੋ ਗਏ ਜੀ। ਜੀਤ ਮੱਲ ਜੀ ਵੀ ਤੇ ਰਾਜਾ ਕੇਸਰੀ ਚੰਦ। ਦੋਨੋਂ ਧਨ ਵਿਦਿਆ ਮਹਿ ਚਾਤੁਰ, ਦੋਨੋਂ ਕੇ ਰਿਸ ਵਧੀ ਵਿਸਾਲ। ਕਹਿੰਦੇ ਦੋਵੇਂ ਧਨੁਖ ਵਿਦਿਆ ਵਿੱਚ ਬੜੇ ਨਿਪੁੰਨ ਹਨ। ਤੀਰ ਚਲਾਉਣੇ ਦੋਵਾਂ ਨੂੰ ਆਉਂਦੇ ਆ। ਤੇ ਦੋਵੇਂ ਸਾਧ ਸੰਗਤ ਜੀ ਇੱਕ ਦੂਜੇ ਉੱਤੇ ਕ੍ਰੋਧ ਵੀ ਪੂਰਾ ਹੈ, ਦੋਵਾਂ ਅੰਦਰ ਵੀਰ ਰਸ ਵੀ ਪੂਰਾ ਹੈ। ਪੁਨ ਦੋਨੋਂ ਤਨ ਮਹਿ ਸਰ ਸੰਦੇ, ਦੋਨੋਂ ਚਲੇ ਸਬੇਕ ਕਰਾਲ। ਫਿਰ ਦੋਵਾਂ ਨੇ ਤੀਰ ਕੱਢੇ ਸਾਧ ਸੰਗਤ ਜੀ, ਖਲੋ ਕੇ ਇੱਕ ਦੂਜੇ ਉੱਤੇ ਚਲਾਉਣ ਲਈ। ਲਗੇ ਦੁਹਨ ਕੀ ਭੁਜ ਮਹਿ ਬੀਦੇ, ਛੂਟਿਓ ਸ਼ਰਵਨ ਬਾਗੇ ਤਨ ਲਾਲ। ਕਿਉਂਕਿ ਦੋਵਾਂ ਨੇ ਇੱਕੋ ਵਿਦਿਆ ਪੜ੍ਹੀ ਸੀਗੀ, ਇੱਕੋ ਹਿਸਾਬ ਦੀ ਵਿਦਿਆ ਆਉਂਦੀ ਸੀਗੀ। ਦੋਵਾਂ ਨੇ ਇੱਕ ਦੂਜੇ ਉੱਤੇ ਤੀਰ ਚਲਾਇਆ ਤੇ ਦੋਵਾਂ ਦੀਆਂ ਬਾਹਾਂ ਵਿੱਚ ਤੀਰ ਲੱਗ ਗਿਆ ਜੀ। ਆਖੋ ਸ੍ਰੀ ਵਾਹਿਗੁਰੂ। ਇਹ ਸੱਚ ਵਿੱਚ ਜੋ ਹੋਇਆ ਉਹ ਦੱਸ ਰਿਹਾ ਹਾਂ, ਕੋਈ ਲਿਖੀਆਂ ਗੱਲਾਂ ਨਹੀਂ ਹਨ। ਜੋ ਵਰਤਾਰਾ ਵਰਤਿਆ ਜੰਗ ਵਿੱਚ ਉਹ ਹੈ। ਦੋਵਾਂ ਦੀਆਂ ਬਾਹਾਂ ਵਿੱਚ ਤੀਰ ਵੱਜਿਆ। ਕਹਿੰਦੇ ਦੋਨੋਂ ਲਗੇ ਦੋਹਨ ਕੀ ਭੁਜ ਮਹਿ ਬੀਧੇ, ਛੁੱਟਿਓ ਸ਼ਰੋਣ ਬਾਗੇ ਤਨ ਲਾਲ। ਸਾਧ ਸੰਗਤ ਜੀ ਐਨ ਲਹੂ ਨਿਕਲਿਆ ਤੇ ਧਰਤੀਆਂ ਲਾਲ ਹੋਣੀਆਂ ਸ਼ੁਰੂ ਹੋਈਆਂ। ਬਹੁਰ ਨ ਮਿਟੇ ਰਹੇ ਥਲ ਠਾਂਡੇ, ਕੁਹਾਇਲ ਹੋਇ ਕਰ ਹੇਰਤ ਜਾਲ। ਤੇ ਸਾਧ ਸੰਗਤ ਪਛਾਕੇ ਵੀ ਦੋਵਾਂ ਦੇ ਲਾਲ ਹੋਏ, ਪਰ ਪਿੱਛੇ ਨਹੀਂ ਹਟੇ ਜੀ। ਰਣ ਖੇਤਰ ਵਿੱਚੋਂ ਜ਼ਖਮੀ ਨੇ, ਪਰ ਇੱਕ ਦੂਜੇ ਉੱਤੇ ਵਾਰ ਕਰਦੇ ਹਨ। ਬਹੁਰ ਜੀਤਮਲ ਤੀਰ ਨਿਕਾਸਿਓ, ਹਰੀ ਚੰਦ ਪਿਖ ਕੋਪ ਮਹਾਨ। ਫਿਰ ਜੀਤ ਮੱਲ ਬਾਬਾ ਜੀ ਨੇ ਜ਼ਖਮੀ ਬਾਂਹ ਦੇ ਨਾਲ ਤੀਰ ਚਲਾਇਆ ਜੀ। ਆਖੋ ਵਾਹਿਗੁਰੂ। ਵਾਹਿਗੁਰੂ। ਜ਼ਖਮੀ ਬਾਂਹ ਹਰੀ ਚੰਦ ਨੂੰ ਵੇਖਿਆ। ਤੂਰਨ ਕਰਤ ਕਰਿਓ ਸਰ ਸੰਦਨ, ਕਰ ਦੋਨੋਂ ਕੇ ਨਿਠੁਰ ਕਮਾਨ। ਦੋਵਾਂ ਦੇ ਹੱਥ 'ਚ ਬੜੇ ਸਖਤ ਧਨੁਸ਼ ਸੀਗੇ। ਉਧਰੋਂ ਉਹਨੇ ਵੀ ਆਪਣੇ ਧਨੁਸ਼ 'ਚ ਤੀਰ ਲਾ ਲਿਆ ਜੀ। ਹਾਂਜੀ। ਐਂਚ ਐਂਚ ਚਿਰੜਾਵਤ ਨੀਕੇ, ਹਰੀ ਚੰਦ ਕੋ ਆਇਓ ਤੀਰ। ਕਹਿਣ ਲੱਗੇ ਇਹਨਾਂ ਦੋਵਾਂ ਨੇ ਇੰਨਾ ਜ਼ੋਰ ਜ਼ੋਰ ਦੀ ਖਿੱਚਿਆ ਵੀ ਚਿਰੜ ਚਿਰੜ ਦੀ ਆਵਾਜ਼ ਆਈ ਜੀ। ਹਾਂਜੀ, ਕਮਾਨ ਦੇ ਵਿੱਚੋਂ ਦੀ ਇੰਨੀ ਜ਼ੋਰ ਦੀ ਦੋਵਾਂ ਨੇ ਖਿੱਚਿਆ ਤੇ ਹਰੀ ਚੰਦ ਦਾ
ਨੇ ਤੀਰ ਪਹਿਲਾਂ ਛੱਡਿਆ। ਹਿਰਦਾ ਬੇਦ ਕਰ ਜੀਤ ਮਲ ਕੋ ਪਰਿਓ ਪਾਰ ਘੂਮਿਓ ਵਦ ਪੀਰ। ਆਖੋ ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ। ਤੇ ਹਿਰਦਾ ਬੇਦ ਕਰ ਜੀਤ ਮਲ ਕੋ ਪਰਿਓ ਪਾਰ ਘੂਮਿਓ ਵੱਧ ਪੀਰ। ਸਾਧ ਸੰਗਤ ਜੀ, ਹਰੀ ਚੰਦ ਰਾਜੇ ਨੇ ਤੀਰ ਚਲਾਇਆ, ਉਹ ਬਾਬਾ ਜੀਤ ਮੱਲ ਜੀ ਦੇ ਸੀਨੇ ਵਿੱਚ ਵੱਜ ਗਿਆ ਜੀ। ਕਹਿੰਦੇ ਇੰਨੀ ਜ਼ੋਰ ਦੀ ਤੀਰ ਵੱਜਾ, ਇੱਕਦਮ ਤੀਰ ਤੇ ਖੂਬ ਕਾਫੀ ਅੰਦਰ ਧਸ ਗਿਆ। ਸਾਧ ਸੰਗਤ ਜੀ, ਕਾਫੀ ਅੰਦਰ ਹੀ ਤੀਰ ਚਲੇ ਗਿਆ। ਤੇ ਨਾਲ ਕਹਿੰਦੇ ਆ ਪਰਿਓ ਪਾਰ। ਆਖੋ ਵਾਹਿਗੁਰੂ। ਵਾਹਿਗੁਰੂ। ਨਹੀਂ, ਅੱਗੇ ਨਹੀਂ ਗਿਆ। ਉਹ ਤੀਰ ਜਿਹੜਾ ਸੀਗਾ ਉਹ ਬਾਬਾ ਜੀਤ ਮੱਲ ਜੀ ਦੀ ਛਾਤੀ ਵਿੰਨ ਕੇ ਪਾਰ ਨਿਕਲ ਗਿਆ ਜੀ। ਅੰਦਰੋਂ ਹੀ ਸੀਨਾ ਹੀ ਪਾੜ ਗਿਆ। ਸਾਧ ਸੰਗਤ ਜੀ, ਤੇ ਕਹਿੰਦੇ ਉਹ ਘੁੰਮ ਕੇ ਕਿਉਂਕਿ ਪੀੜ ਬਹੁਤ ਹੋਈ ਦੀ ਉਸ ਸਮੇਂ ਦੀ। ਹਾਂਜੀ। ਦੰਤਨ ਚਰਬਤ ਹਤਨ ਸ਼ਸਤਰ ਕੋ ਲਾਲ ਬਿਲੋਚਨ ਆਨਨ ਧਰਤੀ ਤੇ ਡਿੱਗ ਰਿਹਾ ਪਰ ਦੰਦ ਚੱਬਦੇ ਆ। ਹਾਂਜੀ, ਕਿਉਂ? ਉਹ ਚਾਹੁੰਦੇ ਆ ਵੀ ਮੈਂ ਹਰੀ ਚੰਦ ਨੂੰ ਮਾਰਾਂ। ਸਨਮੁਖ ਗਿਰਿਓ ਨਾ ਪਰਿਓ ਪਿਛਾਰੀ ਧਨ ਪਿਤਾ ਮਾਤਾ ਬਰਬੀਰ। ਪਰ ਸਾਧ ਸੰਗਤ ਜੀ, ਬਾਬਾ ਜੀਤ ਮੱਲ ਸਾਹਿਬ ਜੀ ਉਹ ਸਾਧ ਸੰਗਤ ਜੀ ਸਾਹਮਣੇ ਨੂੰ ਮੁੱਖ ਕਰਕੇ ਰਾਣ ਭੂਮੀ ਵਿੱਚ ਡਿੱਗ ਗਏ, ਉਹ ਸ਼ਹੀਦ ਹੋ ਗਏ ਜੀ। ਭਾਈ ਸੰਤੋਖ ਸਿੰਘ ਜੀ ਕਹਿੰਦੇ ਆ, ਧੰਨ ਪਿਤਾ ਮਾਤਾ ਬਰਬੀਰ। ਬਾਬਾ ਜੀ, ਬਾਬਾ ਜੀਤ ਮੱਲ ਜੀ ਦੇ ਮਾਤਾ ਜੀ ਬੀਬੀ ਵੀਰੋ ਜੀ ਔਰ ਉਹਨਾਂ ਦੇ ਪਿਤਾ ਜੀ ਭਾਈ ਸਾਧਾ ਜੀ, ਜਿਨ੍ਹਾਂ ਨੂੰ ਭਾਈ ਸਾਧੂ ਵੀ ਕਿਹਾ ਜਾਂਦਾ। ਸਾਧ ਸੰਗਤ ਜੀ, ਉਹ ਧੰਤਾ ਦੇ ਯੋਗ ਹਨ, ਜਿਨ੍ਹਾਂ ਦਾ ਪੁੱਤਰ ਜੰਗ ਵਿੱਚ ਸ਼ਹੀਦ ਹੋਇਆ ਹੈ। 5 ਭਰਾ ਸੀਗੇ, 4 ਭਰਾ ਰਹਿ ਗਏ ਜੀ। ਬੀਬੀ ਵੀਰੋ ਜੀ ਦੇ ਸਾਧ ਸੰਗਤ ਪੁੱਤਰ ਨੇ ਔਰ ਮਾਂ ਗੁਜਰੀ ਦੇ ਭਾਣਜੇ ਨੇ। ਹਾਂਜੀ, ਸੋ ਇਹ ਇਸ ਤਰੀਕੇ ਨਾਲ ਬਾਬਾ ਜੀਤ ਮੱਲ ਜੀ ਸ਼ਹੀਦ ਹੋ ਗਏ। ਜੀਤ ਮੱਲ ਕੋ ਛੁਟਿਓ ਬਾਣ ਜੋ ਮਰਮ ਸਥਲ ਮਹਿ ਲਾਗਿਓ ਸੋਏ। ਕਹਿੰਦੇ ਜੀਤ ਮੱਲ ਦਾ ਬਾਬਾ ਜੀਤ ਮੱਲ ਜੀ ਨੇ ਵੀ ਤੀਰ ਤੇ ਛੱਡ ਹੀ ਦਿੱਤਾ ਸੀਗਾ ਜੀ। ਹਾਂਜੀ, ਹਰੀ ਚੰਦ ਦੇ ਦਿਲ ਵਿੱਚ ਲੱਗ ਗਿਆ ਜੀ ਉਹ ਤੀਰ। ਹਾਂਜੀ। ਛਾਤੀ ਬੇਦ ਪਾਰ ਕੋ ਨਿਕਸਿਓ ਹਰੀ ਚੰਦ ਘੂਮਿਓ ਸੁਖ ਰੋਏ। ਛਾਤੀ ਨੂੰ ਵਿੰਨ ਕੇ ਉਹ ਵੀ ਤੀਰ ਪਾਰ ਹੋਇਆ ਜੀ, ਪਰ ਹਰੀ ਚੰਦ ਘੁੰਮਿਓ ਸੁਖ ਰੋਏ। ਹਰੀ ਚੰਦ ਆਪਣੇ ਆਪ ਨੂੰ ਸੰਭਾਲਦਾ ਜੀ। ਹਾਂਜੀ। ਕਰਤ ਸੰਭਾਰਨ ਭਈ ਮੂਰਛਾ। ਆਪਣੇ ਆਪ ਨੂੰ ਸਾਂਭਦਾ ਸਾਂਭਦਾ ਹਰੀ ਚੰਦ ਰਾਜਾ ਬੇਹੋਸ਼ ਹੋ ਗਿਆ ਜੀ। ਹਾਂਜੀ। ਪਰਿਓ ਧਰਾ ਪਰ ਜਨ ਛਿਤ ਸੋਏ। ਕਹਿਣ ਲੱਗੇ ਉਹ ਧਰਤੀ ਉੱਤੇ ਲੇਟ ਗਿਆ, ਬੇਹੋਸ਼ ਹੋ ਗਿਆ ਜੀ। ਹਾਂਜੀ। ਆਏ ਨਰਨ ਸੋ ਤੀਰ ਨਿਕਾਸਿਓ ਬਾਂਧਿਓ ਘਾਵ ਕਰਿਓ ਦ੍ਰਿੜ ਸੋਏ। ਹਾਂ, ਉਹ ਫਿਰ ਮਨੁੱਖ ਆਏ, ਉਹਨਾਂ ਤੀਰ ਵਾਲੀ ਥਾਂ ਵੇਖੀ ਤੇ ਸਾਧ ਸੰਗਤ ਜੀ ਤੀਰ ਕਾਫੀ ਅੰਦਰ ਸੀ, ਦਿਲ ਵਾਲਾ ਹਿੱਸਾ ਪਾਰ ਹੋ ਗਿਆ ਪਰ ਪਿਛਲੇ ਪਾਸੋਂ ਨਹੀਂ ਸੀ ਨਿਕਲਿਆ ਜੀ। ਉਹ ਫਿਰ ਉੱਥੋਂ ਤੀਰ ਕੱਢਿਆ ਤੇ ਉਹ ਚੰਗੀ ਤਰ੍ਹਾਂ ਜ਼ਖਮ ਨੂੰ ਬੰਨ੍ਹ ਦਿੱਤਾ। ਸਨੇ ਸਨੇ ਤਹਿ ਪਵਨ ਚੁਲਾਈ। ਫਿਰ ਉਹਨੂੰ ਹਵਾ ਚੱਲਣ ਲੱਗ ਪਏ ਜੀ, ਬੇਹੋਸ਼ ਹੋ ਗਿਆ ਸੀ ਨਾ ਉਹ। ਲੈ ਜਲ ਕੋ ਆਨਨ ਮਹਿ ਡਾਰ। ਪਾਣੀ ਲੈ ਕੇ ਉਹਦੇ ਮੂੰਹ ਉੱਤੇ ਪਾਇਆ ਜੀ। ਹਾਂਜੀ। ਜੀਤ ਮੱਲ ਗੁਰ ਭਟਨ ਉਠਾਇਓ ਜੋ ਪਹੁੰਚੋ ਸੁਖ ਸੁਰਗ ਮਝਾਰ। ਸਾਧ ਸੰਗਤ ਜੀ, ਉਹਨੂੰ ਦੇ ਉਹਦੇ ਉੱਤੇ ਤੇ ਪਾਣੀ ਪਾ ਕੇ ਉਹਨੂੰ ਹੋਸ਼ 'ਚ ਲੈ ਕੇ ਆ ਰਹੇ ਆ, ਪਰ ਸਤਿਗੁਰੂ ਜੀ ਦੇ ਸਿੱਖਾਂ ਨੇ, ਸੂਰਮਿਆਂ ਨੇ ਬਾਬਾ ਜੀਤ ਮੱਲ ਸਾਹਿਬ ਜੀ ਦਾ ਸਰੀਰ ਚੁੱਕ ਕੇ ਸਾਧ ਸੰਗਤ ਜੀ ਸਤਿਗੁਰੂ ਜੀ ਵਾਲੇ ਪਾਸੇ ਲੈ ਕੇ ਆਂਦਾ ਜੀ, ਜਿਹੜੇ ਸੱਚਖੰਡ ਵਿੱਚ ਪਹੁੰਚ ਗਏ ਹਨ ਜੀ, ਜਿਹੜੇ ਸ਼ਹੀਦ ਹੋ ਗਏ ਹਨ। ਲੋਥ ਆਪਨੇ ਦਿਸ਼ਲੇ ਰਾਖੀ ਧੰਨ ਧੰਨ ਸਭ ਕਰਹਿ ਉਚਾਰ। ਉਹਨਾਂ ਦਾ ਪਵਿੱਤਰ ਸਰੀਰ ਚੁੱਕ ਕੇ ਬੜੇ ਸਤਿਕਾਰ ਨਾਲ ਸਤਿਗੁਰੂ ਜੀ ਨੇ ਆਪਣੇ ਪਾਸੇ ਰਖਾਇਆ ਔਰ ਸਾਰੇ ਕਹਿੰਦੇ ਨੇ ਬਾਬਾ ਜੀਤ ਮੱਲ ਜੀ ਧੰਨ ਹਨ, ਕਹਿਣ ਲੱਗੇ ਧੰਨ ਹਨ। ਆਪ ਜੀ ਵੀ ਸਾਰੇ ਕਹੋ ਧੰਨ ਧੰਨ ਬਾਬਾ ਜੀਤ ਮੱਲ ਜੀ। ਧੰਨ ਧੰਨ ਬਾਬਾ ਜੀਤ ਮੱਲ। ਧੰਨ ਧੰਨ ਬਾਬਾ ਜੀਤ ਮੱਲ ਜੀ ਸ਼ਹੀਦ। ਧੰਨ ਧੰਨ ਬਾਬਾ ਜੀਤ ਮੱਲ। ਗੱਜ ਕੇ ਕਹਿਣਾ ਸਾਰਿਆਂ, ਧੰਨ ਧੰਨ ਬਾਬਾ ਜੀਤ ਮੱਲ ਜੀ ਸ਼ਹੀਦ। ਧੰਨ ਧੰਨ ਬਾਬਾ ਜੀਤ ਮੱਲ ਜੀ ਸ਼ਹੀਦ। ਇਸ ਤਰੀਕੇ ਨਾਲ ਗੁਰਮੁਖੋ ਉਹਨਾਂ ਦਾ ਸਰੀਰ ਚੁੱਕ ਕੇ ਇੱਕ ਪਾਸੇ
ਬੜੇ ਸਤਿਕਾਰ ਸਹਿਤ ਗੁਰਸਿੱਖਾਂ ਨੇ ਰੱਖਿਆ। ਵਿਸ਼ੇਸ਼ ਸਤਿਕਾਰ ਹੈ ਬਾਬਾ ਜੀਤ ਮੱਲ ਜੀ ਦਾ, ਕਿਉਂਕਿ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦੋਤਰੇ ਹਨ ਜੀ। ਮਹਾਰਾਜ ਜੀ ਦੀ ਬੱਚੀ ਦੇ ਪੁੱਤਰ ਹਨ ਸਾਧ ਸੰਗਤ ਜੀ। ਹਾਂਜੀ। ਕਲਗੀ ਧਰ ਪਿਖ ਅਧਿਕ ਸਰਾਹਿਓ, ਛਤਰੀ ਭਨੋ ਨਿਬਾਹੇ ਉਦਾਰ। ਗਰੀਬ ਨਵਾਜ ਮਹਾਰਾਜ ਜੀ ਨੇ ਜਦੋਂ ਵੇਖਿਆ ਵੀ ਸਾਡਾ ਭਰਾ ਸ਼ਹੀਦ ਹੋ ਗਿਆ, ਸਤਿਗੁਰੂ ਜੀ ਨੇ ਮੁਖੋਂ ਬਚਨ ਕੀਤੇ, ਸ਼ਲਾਘਾ ਕੀਤੀ। ਕਹਿਣ ਲੱਗੇ ਖੱਤਰੀ ਪੁਣਾ ਬੜੀ ਚੰਗੀ ਤਰ੍ਹਾਂ ਨਿਭਾਇਆ ਹੈ, ਬੜੀ ਚੰਗੀ ਤਰ੍ਹਾਂ। ਹਾਂਜੀ। ਜੀਤ ਮਲ ਜਬ ਸੁਰਗ ਸੁਧਾਰਿਓ, ਹਰੀ ਚੰਦ ਮੁਰਛਾ ਕੋ ਪਾਏ। ਕਹਿੰਦੇ ਬਾਬਾ ਜੀਤ ਮੱਲ ਸਾਹਿਬ ਜੀ ਉਹ ਤਾਂ ਸੱਚਖੰਡ ਨੂੰ ਚਲੇ ਗਏ, ਪਰ ਹਰੀ ਚੰਦ ਰਾਜਾ ਬੇਹੋਸ਼ ਹੋ ਗਿਆ। ਸੰਗੋ ਸ਼ਾਹ ਨਿਜਾਬਤ ਸੰਗੇ, ਅਰੇ ਪਰਸਪਰ ਕੋਪ ਵਧਾਏ। ਉਧਰ ਵੱਡੇ ਭਰਾ ਬਾਬਾ ਸੰਗੋ ਸ਼ਾਹ ਜੀ ਉਹ ਨਜਾਬਤ ਖਾਂ ਪਠਾਨ ਨਾਲ ਲੜ ਰਹੇ ਸਨ ਜੀ। ਗ੍ਰਿਧ ਕਾਕ ਗਨ ਬਾਇਸ ਆਮਿਖ, ਭਖੇ ਊਚ ਕਹਿ ਨਾਦ ਸੁਨਾਏ। ਕਹਿਣ ਲੱਗੇ ਬੜੇ ਗਿੱਦੜ ਕਾਂ, ਫਤਿਹ ਸ਼ਾਹ, ਬੜੇ ਗਿੱਦੜ ਕਾਂ ਉਹ ਆ ਕੇ ਮਾਸ ਖਾ ਰਹੇ ਆ, ਤ੍ਰਿਪਤ ਹੋ ਰਹੇ ਆ। ਗਿੱਦੜੀਆਂ ਪ੍ਰਸੰਨ ਹੋ ਕੇ ਹਵਾਂਕ ਰਹੀਆਂ ਹਨ। ਫਤਿਹ ਸ਼ਾਹ ਇੱਕ ਥਾਨ ਖਰੋਤਹਿ, ਹਰੀ ਚੰਦ ਕੋ ਮੂਰਛ ਹੇਰ। ਉਧਰ ਰਾਜਾ ਫਤਿਹ ਸ਼ਾਹ ਜਿਹੜਾ ਕਮਾਂਡ ਕਰ ਰਿਹਾ, ਇਧਰੋਂ 10ਵੇਂ ਪਾਤਸ਼ਾਹ ਕਰ ਰਹੇ, ਉਧਰੋਂ ਫਤਿਹ ਸ਼ਾਹ ਕਰ ਰਿਹਾ। ਫਤਿਹ ਸ਼ਾਹ ਨੇ ਵੇਖਿਆ ਜਿੱਥੇ ਖਲੋਤਾ ਸੀ ਕਿ ਹਰੀ ਚੰਦ ਰਾਜਾ ਬੇਹੋਸ਼ ਹੋ ਗਿਆ, ਉਹਦੇ ਸੀਨੇ 'ਚ ਤੀਰ ਲੱਗਾ। ਹਾਂਜੀ। ਜਿਸਕੇ ਨਿਕਟ ਖਰੇ ਪਟ ਪੁੰਜਹਿ, ਤਬ ਕਲਗੀ ਤਰ ਕਹਿਓ ਸਟੇਰ। ਤੇ ਸਾਧ ਸੰਗਤ ਜੀ ਜਿਸਕੇ ਨਿਕਟ ਖਰੇ ਭੱਟ ਪੁੰਜ ਹੈ, ਭਾਈ ਸੰਤੋਖ ਸਿੰਘ ਜੀ ਕਹਿੰਦੇ ਆ, ਕਹਿੰਦੇ ਉਹ ਫਿਰ ਵੇਖਣ ਵਾਸਤੇ ਆਇਆ ਜੀ, ਵੇਖਣ ਵਾਸਤੇ ਆਇਆ। ਬੜੇ ਸੂਰਮੇ ਯੋਧੇ ਪਹਾੜੀਆਂ ਦੇ ਉਹਦੇ ਲਾਗੇ ਹੋ ਗਏ ਜੀ, ਬੇਹੋਸ਼ ਲੱਗ ਗਏ। ਕਲਗੀਧਰ ਸੱਚੇ ਪਾਤਸ਼ਾਹ ਨੇ ਵੇਖਿਆ ਵੀ ਇਕੱਠੇ ਹੋ ਗਏ ਆ ਸਾਰੇ। ਹਾਂਜੀ। ਜਹ ਸਮੁਦਾਇ ਮਿਲੇ ਇੱਕ ਥਲ ਭੱਟ, ਰਾਮ ਸਿੰਘ ਦੇਖੋ ਬਿਨ ਦੇਰ। ਮਹਾਰਾਜ ਕਹਿਣ ਲੱਗੇ ਰਾਮ ਸਿੰਘ ਭਲਾ ਕੌਣ ਹੈ? ਹਾਂਜੀ। ਹਾਂ, ਜਿਹੜਾ ਤੋਪ ਚਲਾ ਰਿਹਾ, ਆਖੋ ਵਾਹਿਗੁਰੂ। ਮਹਾਰਾਜ ਰਾਮ ਸਿੰਘ ਨੂੰ ਸੱਚੇ ਪਾਤਸ਼ਾਹ ਕਹਿਣ ਲੱਗੇ ਉਧਰ ਵੇਖ, ਸਾਰੇ ਇਕੱਠੇ ਹੋਏ ਹਨ। ਗੋਰਾ ਤਹਾਂ ਤੋਪ ਕੋ ਮਾਰਿਓ, ਤਿਨ ਸਭ ਕੋ ਦੇ ਤਰਾਸ ਬਢੇਰ। ਮਾਰੋ, ਜੇ ਮਾਰੋ ਕਹੋਗੇ ਉਪਦੇਸ਼ ਹੋਏਗਾ, ਮਾਰਿਓ ਕਹੋਗੇ ਕੰਮ ਹੋ ਗਿਆ। ਗੋਰਾ ਤਹਾਂ ਤੋਪ ਕੋ ਮਾਰੋ, ਮਾਰਾ ਕਹਿਣ ਲੱਗੇ ਤੋਪ ਦਾ ਗੋਲਾ ਉਧਰ ਮਾਰ। ਗੋਰਾ ਤਹਾਂ ਤੋਪ ਕੋ ਮਾਰੋ, ਤਿੰਨ ਸਭ ਕੋ ਦੇ ਤਰਾਸ ਬਡੇਰ। ਮਾਰਾ ਕਹਿੰਦੇ ਡਰਾ ਉਹਨਾਂ ਨੂੰ ਇੱਕ ਵਾਰੀ ਗੋਲਾ ਮਾਰ ਕੇ। ਹਾਂਜੀ। ਸੁਨਿਓ ਹੁਕਮ ਗੁਰ ਕੋ ਤਿਨ ਤਤ ਛਿਨ, ਤੋਪ ਹੁਤੀ ਪੂਰਬ ਹੀ ਤਿਆਰ। ਸਾਧ ਸੰਗਤ ਤੋਪ ਤਾਂ ਪਹਿਲਾਂ ਹੀ ਭਾਈ ਰਾਮ ਸਿੰਘ ਜੀ ਨੇ ਤਿਆਰ ਰੱਖੀ ਸੀ। ਜਦੋਂ ਉਹਨਾਂ ਨੇ ਸਤਿਗੁਰਾਂ ਦਾ ਹੁਕਮ ਸੁਣਿਆ, ਦਈ ਪਲੀਤੇ ਅਗਨ ਉਠੀ, ਤਬ ਗਰਜੀ ਭੈਰਵ ਸ਼ਬਦ ਉਦਾਰ। ਪਲੀਤਾ ਦਿੱਤਾ ਅੱਗ ਲੱਗੀ, ਇੱਕਦਮ ਬਹੁਤ ਉੱਚੀ ਆਵਾਜ਼ ਉੱਠੀ ਹੈ। ਗੋਰਾ ਲਗਿਓ ਚੁੰਗ ਜਹ ਬਾਂਧਿਓ, ਦੋਇ ਤ੍ਰੈ ਨਰਕੋ ਕੀ ਨਸੰਘਾਰ। ਗੋਲਾ ਉਧਰ ਜਾ ਕੇ ਡਿੱਗਿਆ ਜਿੱਧਰ ਬੜੇ ਇਕੱਠੇ ਹੋਏ ਸੀਗੇ ਇਹ ਸਾਰੇ। 2-4 ਉਹਨਾਂ ਦੇ ਫੌਜੀ ਜਿਹੜੇ ਆ ਉਹ ਮਰ ਗਏ। ਸੁਕਚ ਸਰਬਹੀ ਇਤ ਉਤ ਦੌਰੇ, ਫਤਿਹ ਸ਼ਾਹ ਦੀਰਗ ਡਰ ਧਾਰ। ਪਰ ਗੋਲਾ ਲੱਗਦਿਆਂ ਸਾਰੀ ਸਾਧ ਸੰਗਤ ਜੀ ਸਾਰੇ ਇੱਧਰ ਉੱਧਰ ਭੱਜਣ ਲੱਗ ਪਏ। ਰਾਜਾ ਫਤਿਹ ਸ਼ਾਹ ਵੀ ਡਰ ਗਿਆ ਵੀ ਗੋਲੇ ਨਾਲ ਨਾ ਕਿਤੇ ਮਰ ਜਗੇ। ਹਾਂਜੀ। ਹਰੀ ਚੰਦ ਇੱਕ ਹੁਤੋ ਸੂਰਮਾ, ਸੋਰਨ ਮਹਿਲਰ ਮੁਰਛਾ ਪਾਏ। ਤੇ ਸਾਧ ਸੰਗਤ ਜੀ ਭਾਈ ਸੰਤੋਖ ਸਿੰਘ ਜੀ ਨੇ ਤਾਰੀਫ ਵੀ ਕੀਤੀ ਹੈ, ਆਖੋ ਸ੍ਰੀ ਵਾਹਿਗੁਰੂ। ਕਹਿੰਦੇ ਹਰੀ ਚੰਦ ਇੱਕ ਹੁਤੋ ਸੂਰਮਾ, ਰਾਜਾ ਹਰੀ ਚੰਦ ਇੱਕ ਯੋਧਾ ਸੀਗਾ। ਸਾਧ ਸੰਗਤ ਜੀ ਜੋ ਮਰਜ਼ੀ ਹੈ, ਉਹਨੂੰ ਵੀ ਜ਼ਖਮ ਲੱਗਾ ਸੀ, ਉਹਦੀ ਵੀ ਬਾਂਹ ਤੋਂ ਖੂਨ ਨਿਕਲਿਆ ਸੀ, ਫਿਰ ਵੀ ਉਹਨੇ ਤੀਰ ਚਲਾਇਆ ਜੀ। ਹਰੀ ਚੰਦ ਇੱਕ ਯੋਧਾ ਸੂਰਬੀਰ ਸੀ, ਜਿਨੇ ਰਣ ਖੇਤਰ ਵਿੱਚ ਬੇਹੋਸ਼ੀ ਪਾਈ ਹੈ। ਅਪਰ ਸੁਭਟ ਗਨ ਮਰੇ ਦੇਖ ਕਰ, ਨਿਜ ਤੁਰੰਗ ਕੋ ਚਲਿਓ ਤਵਾਏ। ਕਹਿਣ ਲੱਗੇ ਰਣ ਖੇਤਰ ਵਿੱਚ ਹੋਰ ਸੂਰਮਿਆਂ ਨੂੰ ਵੇਖ ਕੇ ਆਪਣੇ ਘੋੜਿਆਂ ਨੂੰ ਭਜਾ ਕੇ ਚੱਲਿਆ। ਤਨੁਖ ਬਾਨ ਨਹਿ ਪਾਨ ਸੰਭਾਰੇ, ਕਾਤੁਰ ਭਇਓ ਤਰਾਸ ਉਰ ਪਾਏ। ਫਤਿਹ ਸ਼ਾਹ ਡਰਦਾ ਹੋਇਆ, ਹਰੀ ਚੰਦ ਤੇ ਬੇਹੋਸ਼ ਹੋਇਆ ਪਿਆ ਨਾ, ਫਤਿਹ ਸ਼ਾਹ ਡਰ ਗਿਆ।
ਕਹਿੰਦੇ ਆਪਣੇ ਘੋੜੇ ਤੇ ਸਵਾਰ ਹੋ ਕੇ ਚਲੇ ਗਿਆ, ਆਪਣੇ ਸ਼ਸਤਰ ਵੀ ਨਹੀਂ ਸਾਂਭੇ ਉਹਨੇ। ਆਖੋ ਵਾਹਿਗੁਰੂ। ਵਾਹਿਗੁਰੂ। ਹਾਂਜੀ। ਅਪਰ ਹੇਰ ਕਰ ਗਿਰਪਤ ਭਾਗਿਓ, ਤਜ ਤਜ ਕਰ ਰਣ ਖੇਤ ਪਰਾਏ। ਕਹਿਣ ਲੱਗੇ ਬਾਕੀ ਵੀ ਪਹਾੜੀ ਰਾਜੇ ਜਿਹੜੇ ਸੀ ਉਹ ਸਾਰੇ ਭੱਜ ਉੱਠੇ ਜੀ ਰਣ ਖੇਤਰ ਨੂੰ ਛੱਡ ਕੇ, ਜਦੋਂ ਮਹਾਰਾਜ ਨੇ ਤੋਪਾਂ ਦੇ, ਵਾਹਿਗੁਰੂ ਤੋਪ ਦੇ ਗੋਲੇ ਮਰਵਾਏ। ਜਸਵਾਲੀ ਦਡਵਾਲੀ ਜੇ ਤਿਕ ਅਵਲੋਕ ਤਿਹੀ ਮਦ ਕਰ ਸ਼ਾਹ। ਕਹਿਣ ਲੱਗੇ ਜਸਵਾਲੀਆ, ਡਡਵਾਲੀਆ, ਮਦਕਰ ਸ਼ਾਹ, ਜਿਨ੍ਹਾਂ ਨੇ ਵੇਖਿਆ ਵੀ ਹੁਣ ਗੋਲੇ ਚੱਲਣ ਦੇ ਤੋਪ ਦੇ, ਉਹ ਸਾਰੇ ਰਣ ਖੇਤਰ ਵਿੱਚੋਂ ਭੱਜ ਗਏ। ਚਲੇ ਭਾਜ ਨਹਿਲਾਜ ਵਿਚਾਰੀ, ਸਮ ਨਾਰੀ ਕੇ ਡਰ ਉਰ ਮਾਹੇ। ਕਹਿੰਦੇ ਸ਼ਰਮ ਵੀ ਨਹੀਂ ਵਿਚਾਰੀ, ਆਪਣੀ ਅਣਖ ਵੀ ਨਹੀਂ ਵਿਚਾਰੀ। ਤੇ ਭਾਈ ਬੀਬੀਆਂ ਗੁੱਸਾ ਨਾ ਕਰ ਲਿਓ, ਭਾਈ ਸੰਤੋਖ ਸਿੰਘ ਜੀ ਕਹਿੰਦੇ ਬੀਬੀਆਂ ਵਾਂਗੂ ਭੱਜ ਗਏ ਜੀ। ਆਖੋ ਵਾਹਿਗੁਰੂ। ਵਾਹਿਗੁਰੂ। ਡਰਪੋਕ ਬੀਬੀਆਂ ਵਾਂਗੂ, ਦਲੇਰ ਬੀਬੀਆਂ ਨਹੀਂ ਭੱਜਦੀਆਂ। ਬੀਬੀ ਅਨੂਪ ਕੌਰ ਸੱਚੇ ਪਾਤਸ਼ਾਹ ਜੀ ਦੀ ਦਲੇਰ ਸਿੰਘਣੀ, ਜਦੋਂ ਮਹਾਰਾਜ ਨੇ ਆਨੰਦਪੁਰ ਦਾ ਕਿਲ੍ਹਾ ਛੱਡਿਆ ਤੇ ਉਹਨਾਂ ਵੀ ਜੰਗ ਕਰਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਬੀਬੀਆਂ ਨੇ ਵੀ। ਹਾਂਜੀ। ਗੋਰਾ ਗੋਰੀ ਤੀਰ ਨ ਪਹੁੰਚੇ, ਥਿਰ ਤਹ ਦੂਰ ਭਇਓ ਨਰ ਨਾਹ। ਕਹਿਣ ਲੱਗੀ ਉੱਥੇ ਭੱਜ ਗਏ ਫਿਰ ਜਿੱਥੇ ਕੋਈ ਗੋਲਾ ਨਾ ਪਹੁੰਚ ਸਕੇ, ਕੋਈ ਗੋਲੀ ਨਾ ਪਹੁੰਚ ਸਕੇ, ਜਿੱਥੇ ਤੀਰ ਨਾ ਪਹੁੰਚ ਸਕੇ। ਫਤਿਹ ਸ਼ਾਹ ਰਾਜਾ ਆਪਣੇ ਰਾਜਿਆਂ ਨੂੰ ਲੈ ਕੇ ਭੱਜ ਕੇ ਉਧਰ ਚਲੇ ਗਿਆ। ਕਿਉਂ ਬਿਨ ਆਈ ਮਰਹੇ ਜੰਗ ਮਹਿ ਕਾਜ ਨ ਸਰਹੇ ਲਰੇ ਹਮ ਕਾਹੇ। ਉਹ ਕਹਿਣ ਲੱਗੇ ਬਿਨਾਂ ਆਈ ਮੌਤ ਕਿਉਂ ਮਰਨਾ, ਬਿਨਾਂ ਆਈ ਮੌਤ ਕਿਉਂ ਮਰਨਾ। ਇਸ ਕਰਕੇ ਸਾਧ ਸੰਗਤ ਜੀ ਉਹ ਉਸ ਪਾਸੇ ਭੱਜ ਗਏ ਜੀ ਜਿੱਧਰ ਕੋਈ ਵੀ ਸਾਡੇ ਨੂੰ ਗੋਲੀ ਨਾ ਵੱਜੇ, ਸਾਨੂੰ ਤੀਰ ਨਾ ਵੱਜ ਸਕੇ। ਇਹ ਨਹੀਂ ਪਤਾ ਜੇ ਕਲਗੀਧਰ ਜੀ ਨੇ ਤੀਰ ਚਲਾਇਆ ਨਾ ਤੇ ਫਿਰ ਕਹਾਂ ਜੈ ਹੈ ਭਾਜ ਰੇ, ਫਿਰ ਕਿੱਥੇ ਭੱਜ ਜਾਣਗੇ ਜੀ। ਜੇ ਮਾਰਨਾ ਤੇ ਮਾਰਨਾ ਹੈ। ਅਜੇ ਤਾਂ ਮਹਾਰਾਜ ਖੇਡ ਰਹੇ ਜੀ, ਇਹਨਾਂ ਦੇ ਨਾਲ ਖੇਡ ਰਹੇ ਆ। ਸੋ ਅੱਗੋਂ ਪ੍ਰਸੰਗ ਕੀ ਹੈ ਕੱਲ ਦੇ ਪ੍ਰਸੰਗਾਂ ਵਿੱਚ ਸਰਵਣ ਕਰਾਂਗੇ। ਮਹਾਰਾਜ ਕਿਰਪਾ ਕਰਨ ਕੱਲ ਹਰੀ ਚੰਦ ਮਰ ਜਾਏਗਾ ਜੀ, ਇਹਨੇ ਬੜੀ ਅੱਤ ਚੁੱਕੀ ਹੈ। ਭਾਈ ਸਾਹਿਬ ਬਾਬਾ ਜੀਤ ਮੱਲ ਜੀ ਨੂੰ ਸ਼ਹੀਦ ਕੀਤਾ ਹੈ ਤੇ ਕੱਲ ਇਹ ਮਰੇਗਾ ਜੀ। ਉਹ ਆਪਾਂ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਨਾਲ ਸਾਰੀਆਂ ਸੰਗਤਾਂ ਜਪੋ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਗੱਜ ਕੇ ਜਪੋ ਨਾ ਸਾਰੇ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੱਜ ਕੇ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਗੁਰੂ ਜੀ ਮਿਹਰ ਕਰਨ। ਅਜੇ ਹੈਗੇ 2 ਮਿੰਟ। ਵਾਹਿਗੁਰੂ 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 ਵਾਹਿਗੁਰੂ। ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ, ਨਾਮ ਜਪਣ ਦੀ ਦਾਤ ਬਖਸ਼ਿਸ਼ ਕਰਨ, ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਨ। ਤੁਸੀਂ ਭਾਈ ਲਾਲ ਚੰਦ ਹਲਵਾਈ ਦੀ ਕਥਾ ਸੁਣੀ ਨਾ ਜੀ, ਉਹਨੇ ਹੱਥ ਜੋੜ ਕੇ ਕਿਹਾ ਸੱਚੇ ਪਾਤਸ਼ਾਹ ਇੱਥੇ ਵੀ ਮੇਰਾ ਸੇਵਾ ਕਰਨ ਨੂੰ ਜੀ ਕਰਨ ਦਿਆ ਜੀ। ਜਦੋਂ ਸੇਵਾ ਵਾਲਾ ਸੁਭਾਅ ਬਣ ਜੇ ਜੀ ਕਿਸੇ ਦਾ, ਤੇ ਫਿਰ ਉਹ ਕੋਈ ਵੀ ਥਾਂ ਵੇਖੇ ਨਾ ਜੀ, ਉਹਦਾ ਆਪੇ ਹੀ ਜੀ ਕਰਦਾ ਵੀ ਮੈਂ ਇੱਥੇ ਵੀ ਸੇਵਾ ਕਰਾਂ, ਮੈਂ ਆ ਵੀ ਸੇਵਾ ਕਰਾਂ। ਹਾਂਜੀ, ਤੇ ਜਿਨ੍ਹਾਂ ਦਾ ਸੇਵਾ ਵਾਲਾ ਸੁਭਾਅ ਨਹੀਂ ਬਣਿਆ ਜੀ, ਉਹ ਨਹੀਂ ਸੇਵਾ ਕਰਦੇ ਜੀ। ਉਹਨਾਂ ਦੇ ਸਾਹਮਣੇ ਵੀ ਤੁਰੇ ਫਿਰੇ ਨਾ ਸੇਵਾ, ਨਾ ਜੀ ਨਾ। ਇਹ ਰੱਬ ਦੀ ਮਿਹਰ ਹੈ ਸਾਧ ਸੰਗਤ ਜੀ। ਇਹੋ ਜਿਹਾ ਹਿਰਦਾ ਬਣਨਾ, ਇਹੋ ਜਿਹੀ ਸੋਚ ਬਣਨਾ, ਇਹ ਵੀ ਰੱਬ ਦੀ, ਗੁਰੂ ਜੀ ਦੀ ਬੜੀ ਵੱਡੀ ਮਿਹਰ ਵਾਲੀ ਗੱਲ ਹੈ। ਸੋ ਅੱਗੋਂ ਪ੍ਰਸੰਗ ਆਪਾਂ ਅਗਲੇ ਦਿਨਾਂ ਵਿੱਚ ਕੱਲ੍ਹ ਨੂੰ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਬਖਸ਼ਣੀ ਮਾਫੀ ਜੀ। ਪਿਆਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਉਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।